ਮਾਤ ਪਿਤਾ ਆਨੰਦ ਵਿੱਚ ਪੁੱਤਰ ਦੀ ਕੁੜਮਾਈ ਹੋਈ। ਭਾਈ ਗੁਰਦਾਸ ਜੀ ਲਿਖ ਰਹੇ ਆ ਆਪਣੀਆਂ ਵਾਰਾਂ ਦੇ ਵਿੱਚ। ਕਿੰਨੀ ਪਿਆਰੀ ਸ਼ਬਦਾਵਲੀ ਹੈ। ਪੰਜਾਬ ਦੇ ਵਿੱਚ ਆਪਾਂ ਵੈਸੇ ਵੀ ਵਰਤਦੇ ਹਾਂ ਕੁੜਮਾਈ। ਕੁੜਮਾਈ ਤੋਂ ਭਾਵ ਹੁੰਦਾ ਹੈ ਆਪਣੇ ਕੁਟੁੰਬ ਦੇ ਵਿੱਚ ਮਿਲਾਉਣ ਦੀ ਕਿਰਿਆ। ਆਪਣੇ ਪਰਿਵਾਰ ਦੇ ਵਿੱਚ ਦੂਜੇ ਪਰਿਵਾਰ ਦੇ ਜੀਅ ਨੂੰ ਮਿਲਾਉਣ ਦੀ ਜਿਹੜੀ ਮਰਿਆਦਾ ਹੈ, ਪ੍ਰਕਿਰਿਆ ਹੈ, ਉਸ ਨੂੰ ਕੁੜਮਾਈ ਕਹਿੰਦੇ। ਹੁਣ ਵੀ ਆਮ ਤੌਰ 'ਤੇ ਜਦੋਂ ਮੰਗਣੀ ਹੁੰਦੀ ਹੈ, ਸਗਾਈ ਹੁੰਦੀ ਹੈ, ਅਤੇ ਅੱਜ ਕੱਲ੍ਹ ਅਰਦਾਸ ਕੀਤੀ ਜਾਂਦੀ ਹੈ। ਦੋਨੇ ਧਿਰਾਂ ਅਰਦਾਸ ਕਰਨ ਵਾਸਤੇ ਆਉਂਦੀਆਂ, ਅਤੇ ਇੱਥੇ ਉਸ ਵਾਸਤੇ ਲਫ਼ਜ਼ ਪ੍ਰਚਲਿਤ ਹੈ ਰੋਕਾ। ਜਿਸ ਨੂੰ ਰੋਕਾ ਕਹਿੰਦੇ ਉਸ ਨੂੰ ਸਗਾਈ ਵੀ ਕਹਿੰਦੇ, ਉਸ ਨੂੰ ਮੰਗਣੀ ਵੀ ਕਹਿੰਦੇ ਆ, ਉਸੇ ਨੂੰ ਹੀ ਕੁੜਮਾਈ ਕਹਿੰਦੇ ਆ। ਕਿਉਂਕਿ ਸ਼ੁਰੂਆਤ ਉੱਥੋਂ ਹੁੰਦੀ ਹੈ ਨਾ, ਜਦੋਂ ਦੋਨਾਂ ਧਿਰਾਂ ਵਿੱਚ ਬੱਚਾ ਬੱਚੀ ਵਾਸਤੇ ਜੀਵਨ ਸਾਥੀ ਦੀ ਚੋਣ ਕਰਕੇ ਲੱਭ ਕੇ ਅਤੇ ਉਸ ਦਾ ਰੋਕਾ ਕੀਤਾ ਜਾਂਦਾ, ਸ਼ਗਨ ਕੀਤਾ ਜਾਂਦਾ, ਉਸ ਨੂੰ ਮੱਲਿਆ ਜਾਂਦਾ, ਮੱਲਣਾ ਵੀ ਕਹਿੰਦੇ। ਉਦੋਂ ਅਰਦਾਸ ਕੀਤੀ ਜਾਂਦੀ ਆ, ਛੋਟੀ ਜਿਹੀ ਕੋਈ ਰਸਮ ਹੁੰਦੀ ਆ, ਇੱਕ ਦੂਜੇ ਨੂੰ ਕੁਝ ਦਿੱਤਾ ਜਾਂਦਾ ਹੈ, ਜਿਵੇਂ ਮਿੱਠਾ ਆਦਿਕ। ਉਸ ਨੂੰ ਇੱਥੇ ਰੋਕਾ ਪ੍ਰਚਲਿਤ ਹੈ, ਅਤੇ ਕੁੜਮਾਈ ਉਸੇ ਨੂੰ ਹੀ ਕਹਿੰਦੇ। ਕਿਉਂਕਿ ਜਦੋਂ ਦੋ ਜੀਅ ਆਪਸ ਵਿੱਚ ਇੱਕ ਦੂਜੇ ਨੂੰ ਚੁਣਦੇ ਆ ਇਹ ਆਨੰਦ ਕਾਰਜ ਵਾਸਤੇ, ਵਿਆਹ ਵਾਸਤੇ, ਤਾਂ ਉਦੋਂ ਦੋ ਪਰਿਵਾਰਾਂ ਦਾ ਵੀ ਆਪਸ ਵਿੱਚ ਉਹਨਾਂ ਕਰਕੇ ਮਿਲਾਪ ਹੁੰਦਾ ਹੈ, ਤਾਂ ਉਹ ਕੁੜਮਾਚਾਰੀ ਉਦੋਂ ਤੋਂ ਸ਼ੁਰੂ ਹੋ ਜਾਂਦੀ। ਅਤੇ ਗੁਰਬਾਣੀ ਵਿੱਚ ਵੀ ਇਹ ਲਫ਼ਜ਼ ਆਇਆ ਹੈ, ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲ ਰਾਮ ਜੀ। ਬਹੁਤ ਉੱਥੇ ਵੀ ਵਿਆਹ ਬਾਰੇ ਅਤੇ ਵਿਆਹ ਦੇ ਨਾਲ ਸੰਬੰਧਿਤ ਜੋ ਕੁਝ ਵੀ ਪੁਰਾਣਾ ਸੱਭਿਆਚਾਰ ਹੈ ਨਾ, ਲਾਵਾਂ, ਘੋੜੀਆਂ, ਸਾਰੇ ਛੰਦਾਬੰਦੀ, ਜਿੰਨੀ ਵੀ ਕਾਵਿ ਰੂਪ ਹਨ, ਸਾਰਿਆਂ ਤੋਂ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ। ਘੋੜੀਆਂ ਵੀ ਉਚਾਰਨ ਕੀਤੀਆਂ, ਲਾਵਾਂ ਵੀ ਉਚਾਰਨ ਕੀਤੀਆਂ। ਲਾਵਾਂ ਅਤੇ ਘੋੜੀਆਂ ਨਾ, ਇਹ ਪੰਜਾਬੀ ਦੀ ਛੰਦਾਬੰਦੀ ਹੈ, ਕਵਿਤਾ ਦੀ ਕਿਸਮ ਹੈ। ਇੱਕ ਲਾਵਾਂ ਵੀ ਕਵਿਤਾ ਦੀ ਕਿਸਮ ਹੈ, ਘੋੜੀਆਂ ਵੀ ਪੰਜਾਬੀ ਕਾਵਿ ਦੀ ਇੱਕ ਕਿਸਮ ਹੈ, 12 ਮਾਹ ਵੀ ਉਸ ਦੀ ਕਿਸਮ ਹੈ, ਥਿੱਤੀ ਵਾਰ ਵੀ ਉਸ ਦੀ ਇੱਕ ਕਿਸਮ ਹੈ, ਅਲਾਣੀਆਂ ਵੀ ਹਨ ਜਿਵੇਂ। ਤਾਂ ਭਾਈ ਗੁਰਦਾਸ ਜੀ ਵੇਖੋ ਲਿਖ ਰਹੇ ਨੇ, ਮਾਤਾ ਪਿਤਾ ਆਨੰਦ ਵਿੱਚ ਪੁੱਤਰ ਦੀ ਕੁੜਮਾਈ ਹੋਈ। ਪਹਿਲੋਂ ਪਤੀ ਪਤਨੀ ਬਣਦੇ ਆ, ਫਿਰ ਜਦੋਂ ਪਰਿਵਾਰਕ ਵਾਧਾ ਹੁੰਦਾ, ਪਤੀ ਪਤਨੀ ਨੂੰ ਇਹ ਅਹੁਦਾ ਮਿਲਦਾ ਹੈ। ਪਤੀ ਪਤਨੀ ਦਾ ਵੀ ਫਿਰ ਅਗਲਾ ਜਿਹੜਾ ਜਨਮ ਹੁੰਦਾ ਨਾ, ਉਸ ਤੋਂ ਬਾਅਦ ਉਹ ਮਾਤਾ ਪਿਤਾ ਦਾ ਹੁੰਦਾ। ਜਦੋਂ ਬੱਚੇ ਦਾ ਜਨਮ ਹੁੰਦਾ, ਇਕੱਲਾ ਬੱਚੇ ਦਾ ਜਨਮ ਨਹੀਂ ਹੁੰਦਾ, ਨਾਲ ਮਾਂ ਬਾਪ ਦਾ ਵੀ ਜਨਮ ਹੁੰਦਾ। ਉਹ ਬੱਚੇ ਦੇ ਜਨਮ ਦੇ ਨਾਲ ਉਹਨਾਂ ਦਾ ਜਨਮ ਹੁੰਦਾ ਸੰਸਾਰਕ ਤੌਰ 'ਤੇ। ਕਿਉਂਕਿ ਬਿੰਦੀ ਪੁੱਤਰ ਦੀ ਗੱਲ ਹੈ ਨਾ, ਇੱਕ ਨਾਦੀ ਪੁੱਤਰ ਹੁੰਦਾ। ਜਿਵੇਂ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚਿਆ, ਆਗਿਆ ਮੰਨੀ, ਉਹਨਾਂ ਦਾ ਪੁੱਤਰ ਬਣ ਕੇ, ਸੇਵਕ ਬਣ ਕੇ ਰਿਹਾ। ਉਹ ਗੁਰੂ ਨਾਨਕ ਦਾ ਪੁੱਤਰ ਹੀ ਹੈ ਲਹਿਣਾ, ਪਰ ਉਹ ਨਾਦੀ ਪੁੱਤਰ ਆ। ਆਵਾਜ਼ ਸੁਣ ਕੇ, ਹੁਕਮ ਸੁਣ ਕੇ ਉਹ ਬਣਿਆ। ਨਾਦ ਹੁੰਦਾ ਹੁਕਮ, ਆਵਾਜ਼, ਸਿੱਖਿਆ। ਗੁਰੂ ਘਰ ਦੇ ਵਿੱਚ ਨਾਦੀ ਪੁੱਤਰ ਉਹ ਪਹਿਲੇ ਦਰਜੇ 'ਤੇ। ਗੁਰੂ ਘਰ ਦੇ ਬਿੰਦੀ ਪੁੱਤਰ ਨਾਲ ਨਾਦੀ ਪੁੱਤਰ ਵੀ ਸਨ, ਪਰ ਕੁਝ ਬਿੰਦੀ ਪੁੱਤਰ ਸਨ, ਉਹ ਨਾਦੀ ਪੁੱਤਰ ਨਹੀਂ ਸਨ। ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੁੱਤਰ ਹਨ ਬਿੰਦੀ ਪੁੱਤਰ, ਇਹ ਸ੍ਰੀ ਅਰਜਨ ਦੇਵ। ਪਰ ਸ੍ਰੀ ਅਰਜਨ ਦੇਵ ਬਿੰਦੀ ਪੁੱਤਰ ਹੋਣ ਦੇ ਨਾਲ ਨਾਲ ਨਾਦੀ ਪੁੱਤਰ ਵੀ ਹੈ, ਕਿਉਂਕਿ ਉਹਨਾਂ ਹੁਕਮ ਮੰਨਿਆ। ਪਰ ਗੁਰੂ ਰਾਮਦਾਸ ਜੀ ਦੇ ਪੁੱਤਰ ਮਹਾਦੇਵ ਅਤੇ ਪ੍ਰਿਥੀ ਚੰਦ ਵੀ ਹਨ, ਪਰ ਉਹ ਬਿੰਦੀ ਪੁੱਤਰ ਤੇ ਹਨ, ਖੂਨ ਦਾ ਰਿਸ਼ਤਾ ਤੇ ਹੈ, ਪਰ ਉਹ ਨਾਦੀ ਪੁੱਤਰ ਨਹੀਂ। ਗੁਰੂ ਦਾ ਜਿਹੜਾ ਸਾਡੇ ਨਾਲ ਰਿਸ਼ਤਾ ਹੈ ਉਹ ਖੂਨ ਨਾਲੋਂ ਵੱਧ ਕੇ ਨਾਦੀ ਪੁੱਤਰ ਦਾ ਹੈ, ਸ਼ਬਦ ਦਾ ਰਿਸ਼ਤਾ ਹੈ। ਤਾਂ ਇਹ ਵੀ ਪੁੱਤਰਾਂ ਬਾਰੇ ਗੱਲ ਆਈ ਹੈ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰਟੀਏ। ਕਿਹਾ ਤੇ ਪੁੱਤਰ ਹੀ ਆ ਨਾ, ਪੁੱਤਰ ਕਹਿਣਾ ਹੀ ਪੈਣਾ ਸੀ, ਕਿਉਂਕਿ ਉਹ ਬਿੰਦੀ ਪੁੱਤਰ ਸਨ, ਖੂਨ ਦਾ ਰਿਸ਼ਤਾ ਸੀ। ਪਰ ਜੇ ਕੌਲ ਇਕਰਾਰ ਹੁਕਮ ਨਹੀਂ ਪਾਲਿਆ ਤੇ ਨਾਦੀ ਪੁੱਤਰ ਨਹੀਂ ਬਣ ਸਕੇ। ਲਹਿਣਾ ਬਿੰਦੀ ਪੁੱਤਰ ਨਹੀਂ ਹੈ ਭਾਵੇਂ, ਪਰ ਨਾਦੀ ਪੁੱਤਰ ਹੈ। ਔਰ ਸਤਿਗੁਰੂ ਜੀ ਨੇ ਆਪਣੇ ਨਾਦੀ ਪੁੱਤਰ ਨੂੰ
ਸਾਰੀ ਜ਼ਿੰਮੇਵਾਰੀ ਦਿੱਤੀ ਗੁਰਿਆਈ ਦੀ, ਕਿੱਡੀ ਵੱਡੀ ਜ਼ਿੰਮੇਵਾਰੀ ਦਿੱਤੀ। ਲਹਿਣੇ ਦੀ ਫੇਰਾਈਏ ਨਾਨਕਾ ਦੋਹੀ ਖੱਟੀਏ। ਲਹਿਣਾ ਜਦੋਂ ਨਾਦੀ ਪੁੱਤਰ ਬਣ ਕੇ ਉਸਨੇ ਹੁਕਮ ਕਮਾਇਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਦੀ ਦੋਹੀ ਫਰਾ ਦਿੱਤੀ। ਸਾਰੇ ਪਾਸੇ ਢੰਡੋਰਾ ਹੀ ਫਿਰ ਗਿਆ, ਸਾਰੇ ਪਾਸੇ ਬੱਲੇ ਬੱਲੇ ਹੋ ਗਈ, ਮਸ਼ਹੂਰੀ ਹੋ ਗਈ। ਸ਼ੋਭਾ ਤੇ ਮਾਨ ਸਨਮਾਨ ਵਡਿਆਈ ਮਹਿਮਾ ਚਾਰੇ ਪਾਸੇ ਫੈਲ ਗਈ। ਫੈਰਾਈ ਹੈ ਲਹਿਣੇ ਦੀ। ਵੀ ਲਹਿਣੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਇੱਕ ਗੱਲ ਨੂੰ ਤਨੋ ਮਨੋ ਮੰਨਿਆ ਤੇ ਸਮਝਿਆ ਪੂਰਾ। ਉਹ 'ਚ ਪੂਰੀ ਯੋਗਤਾ ਤੇ ਸਮਰੱਥਾ ਸੀ। ਉਸ ਅਵਸਥਾ ਨੂੰ ਵੀ ਪਹੁੰਚਿਆ ਤੇ ਗੁਰਿਆਈ ਦੇ ਯੋਗ ਹੋਇਆ। ਮਾਤਾ ਪਿਤਾ ਆਨੰਦ ਵਿੱਚ ਪੁੱਤਰ ਦੀ ਕੁੜਮਾਈ ਹੋਈ। ਮਾਤਾ ਪਿਤਾ ਬੜੇ ਖੁਸ਼ ਨੇ ਕਿ ਸਾਡੇ ਧੀ ਪੁੱਤ ਦੀ ਮੰਗਣੀ ਹੋਈ ਹੈ। ਇੱਥੇ ਜਦੋਂ ਔਲਾਦ ਦੀ ਗੱਲ ਚੱਲੇਗੀ, ਇਹ ਸਾਂਝਾ ਹੀ ਲਫ਼ਜ਼ ਆ ਦੋਨਾਂ ਵਾਸਤੇ। ਧੀ ਵੀ ਆ, ਪੁੱਤਰ ਵੀ ਆ, ਸੰਤਾਨ ਹੈ, ਔਲਾਦ ਹੈ। ਜਦੋਂ ਧੀ ਪੁੱਤ ਦਾ ਰਿਸ਼ਤਾ ਤੈਅ ਹੁੰਦਾ ਹੈ ਨਾ, ਕੁੜਮਾਚਾਰੀ ਹੁੰਦੀ, ਦੋ ਪਰਿਵਾਰਾਂ ਵਿੱਚ ਸਾਂਝ ਬਣਦੀ ਆ, ਬੱਚਾ ਬੱਚੀ ਕਰਕੇ ਬਣਦੀ ਆ। ਇੱਕ ਲਾੜੀ ਵਾਲਾ ਪਰਿਵਾਰ ਹੈ, ਇੱਕ ਲਾੜੇ ਵਾਲਾ ਪਰਿਵਾਰ ਹੈ। ਲਾੜੀ ਲਾੜੇ ਦੇ ਕਰਕੇ ਦੋਨਾਂ ਪਰਿਵਾਰਾਂ ਵਿੱਚ ਕੁੜਮਾਚਾਰੀ ਹੋਈ ਤੇ ਮਾਂ ਬਾਪ ਮਾਪੇ ਬੜੇ ਖੁਸ਼ ਹੁੰਦੇ ਨੇ, ਬੜੇ ਆਨੰਦ ਵਿੱਚ ਹੁੰਦੇ ਨੇ। ਇਹ ਵੀ ਇੱਕ ਸੰਸਾਰ ਦੀ ਖੁਸ਼ੀ ਹੈ। ਆਪਾਂ ਇਸ ਦਾ ਅਨੁਭਵ ਕਰਦੇ ਹਾਂ, ਇਹ ਵੀ ਪਰਮੇਸ਼ਰ ਦੀ ਦਿੱਤੀ ਹੋਈ ਹੈ, ਗੁਰੂ ਦੀ ਦਿੱਤੀ ਹੋਈ। ਅੱਗੇ ਰਹੱਸੀ ਅੰਗ ਨ ਮਾਵਈ ਗਾਵੈ ਸੋਹਿਲੜੇ ਸੁਖ ਹੋਈ। ਫਿਰ ਵਿਆਹ ਦੇ ਵਿੱਚ ਜਿਹੜੇ ਗੀਤ ਗਾਏ ਜਾਂਦੇ ਨੇ, ਉਹਨਾਂ ਦੇ ਵਿੱਚ ਜਿਵੇਂ ਘੋੜੀਆਂ ਉਹ ਵਿਆਹ ਵੇਲੇ ਹੀ ਗਾਈਆਂ ਜਾਂਦੀਆਂ, ਸੁਹਾਗ ਉਹ ਲਾੜੀ ਵਾਲੇ ਪਾਸੇ ਤੋਂ ਗਾਏ ਜਾਂਦੇ ਨੇ। ਰਾਤ ਨੂੰ ਬੀਬੀਆਂ ਗਾਉਣ ਬਿਠਾਇਆ ਜਾਂਦਾ ਜਦੋਂ ਵਿਆਹ ਤੈਅ ਕਰ ਦਿੱਤਾ ਜਾਂਦਾ ਨਾ। ਪੰਜਾਬ ਦੇ ਵਿੱਚ ਤੇ ਇੱਦਾਂ ਹੁੰਦਾ, ਹੁਣ ਵਿਦੇਸ਼ਾਂ ਵਿੱਚ ਵੀ ਲੋਕੀ ਥੋੜ੍ਹਾ ਥੋੜ੍ਹਾ ਕਰਦੇ ਵੀ ਅਸੀਂ ਪੂਰੀਆਂ ਰਸਮਾਂ ਕਰਨੀਆਂ। ਫਿਰ ਜਦੋਂ ਲਾੜੀ ਦਾ ਵਿਆਹ ਹੁੰਦਾ, ਚਲੋ ਸਬੱਬ ਦੇ ਨਾਲ ਇੱਥੇ ਸੰਗਤ ਦੇ ਵਿੱਚ ਇਹ ਲਾੜਾ ਲਾੜੀ ਬੈਠੇ ਵੀ ਨੇ, ਜਿਨ੍ਹਾਂ ਨੇ ਪਵਿੱਤਰ ਬੰਧਨ ਵਿੱਚ ਆਉਣ ਵਾਲੇ ਦਿਨਾਂ 'ਚ ਬੰਧੇ ਜਾਣਾ। ਚੰਗਾ ਉਹ ਵੀ ਸਿੱਖਿਆ ਸੁਣ ਲੈਣਗੇ। ਸਾਡੇ ਸਾਰਿਆਂ ਵਾਸਤੇ ਹੀ ਆ, ਨੌਜਵਾਨਾਂ ਵਾਸਤੇ, ਬੱਚਿਆਂ ਵਾਸਤੇ, ਮਾਪਿਆਂ ਵਾਸਤੇ ਵੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇਣੀ। ਰਹੱਸੀ ਅੰਗ ਨ ਮਾਵਈ ਗਾਵੈ ਸੋਹਲੜੇ ਸੁਖ ਹੋਈ। ਮਾਂ ਜਿਹੜੀ ਹੈ ਕਹਿੰਦੇ ਖੁਸ਼ੀ ਵਿੱਚ ਫੁੱਲੀ ਸਮਾਉਂਦੀ ਨਹੀਂ। ਇੰਨੀ ਮਾਂ ਖੁਸ਼ ਹੈ, ਮਾਪੇ ਇੰਨੇ ਖੁਸ਼ ਹਨ, ਪਰਿਵਾਰ ਦੇ ਜੀ। ਖਾਸ ਕਰਕੇ ਵੇਖੋ ਮਾਂ ਦਾ ਜ਼ਿਕਰ ਹੋਇਆ, ਮਾਂ ਨੂੰ ਤੇ ਉਚੇਚੀ ਖੁਸ਼ੀ ਹੁੰਦੀ। ਜਦੋਂ ਫਿਰ ਇਹ ਕਾਰਜ ਹੁੰਦੇ ਹਨ, ਮਾਂ ਸਾਰਾ ਦਿਨ ਕੁਝ ਖਾਂਦੀ ਨਹੀਂ। ਵਿਆਹ ਤੇ ਕਿੰਨੇ ਪਕਵਾਨ ਬਣੇ ਹੁੰਦੇ ਹਨ, ਕਿੰਨਾ ਕੁਝ ਵਰਤਦਾ ਹੁੰਦਾ। ਸਾਰੇ ਬਾਹਰੋਂ ਆਏ ਲੋਕ, ਨਾਨਕਾ ਪਰਿਵਾਰ, ਦਾਦਕਾ ਪਰਿਵਾਰ, ਜਿੰਨੇ ਵੀ ਆਏ ਹੁੰਦੇ ਨੇ, ਸਾਰੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਂਦੇ ਹਨ, ਸਵਾਦ ਮਾਣਦੇ ਹਨ ਕਿ ਬਹੁਤ ਟੇਸਟੀ ਹਨ। ਪਰ ਮਾਂ ਕਈ ਵਾਰੀ ਜ਼ਿਆਦਾਤਰ ਹੀ ਇੱਦਾਂ ਹੁੰਦਾ, ਉਹ ਸਾਰਾ ਦਿਨ ਕੁਝ ਨਹੀਂ ਖਾਂਦੀ, ਉਹਨੂੰ ਭੁੱਖ ਹੀ ਨਹੀਂ ਲੱਗਦੀ। ਉਹ ਖੁਸ਼ੀ ਦੇ ਵਿੱਚ ਫੁੱਲੀ ਸਮਾਉਂਦੀ ਨਹੀਂ ਹੈ। ਇੱਥੋਂ ਮਾਂ ਦੀ ਮਹਾਨਤਾ ਵੀ ਪ੍ਰਗਟ ਹੁੰਦੀ ਹੈ, ਜਿਸ ਬਾਰੇ ਭਾਈ ਵੀਰ ਸਿੰਘ ਨੇ ਕਿਹਾ, ਮਾਂ ਵਰਗਾ ਕਣਛਾਵਾਂ ਬੂਟਾ ਕਿਤੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ। ਕਿੱਡੀ ਵੱਡੀ ਗੱਲ ਲਿਖੀ ਹੈ ਕਿ ਮਾਂ ਦੇ ਚਰਨਾਂ ਵਿੱਚ ਸੁਰਗ ਹੈ। ਮਾਂ ਦਾ ਜਿਹੜਾ ਜਿਗਰਾ, ਜੀਵਨ, ਹੌਸਲਾ, ਧੀਰਜ ਇੰਨਾ ਵਿਸ਼ਾਲ। ਸੋ ਮਾਂ ਦੀ ਕਦਰ ਕਰਨੀ ਬਣਦੀ ਹੈ। ਜਿਨ੍ਹਾਂ ਨੂੰ ਮਾਂ ਨਸੀਬ ਹੋਈ ਹੈ ਨਾ, ਬਹੁਤ ਵੱਡੀ ਦੁਨੀਆ ਦੀ ਉਹਨਾਂ ਕੋਲੇ ਦੌਲਤ ਹੈ। ਜਿਸ ਨੂੰ ਮਾਂ ਦਾ ਆਸ਼ੀਰਵਾਦ ਮਿਲ ਗਿਆ, ਜਿਸ ਨੂੰ ਮਾਂ ਦੀ ਅਸੀਸ ਮਿਲ ਗਈ, ਉਹ ਮਨੁੱਖ ਕਦੀ ਡੋਲਦਾ ਨਹੀਂ ਗਾ ਜ਼ਿੰਦਗੀ ਵਿੱਚ। ਉਹ ਤਾਂ ਜਾਂਦਾ, ਤਰੱਕੀ ਕਰਦਾ ਜੇ ਸੱਚੇ ਦਿਲੋਂ ਮਾਂ ਦੀ ਅਸੀਸ ਲੈ ਲੇ, ਮਾਂ ਦਾ ਆਸ਼ੀਰਵਾਦ ਲਵੇ। ਬਾਹਰ ਜਾਵੇ ਕਿਤੇ, ਮਾਂ ਦੇ ਚਰਨੀ ਹੱਥ ਲਾ ਕੇ ਜਾਵੇ, ਸਤਿ ਸ੍ਰੀ ਅਕਾਲ ਬੁਲਾ ਕੇ, ਫਤਿਹ ਬੁਲਾ ਕੇ, ਮਾਂ ਇੰਨੇ ਵਿੱਚ ਹੀ ਖੁਸ਼ ਹੋ ਜਾਂਦੀ। ਕਹਿੰਦੇ ਵੀ ਹੁਣ ਧੀ ਪੁੱਤ ਦਾ ਵਿਆਹ ਹੈ, ਮਾਂ ਖੁਸ਼ੀ ਦੇ ਗੀਤ ਗਾਉਂਦੀ ਹੈ, ਖੁਸ਼ ਹੈ ਤੇ ਖੁਸ਼ੀ ਵਿੱਚ ਫੁੱਲੀ ਸਮਾਉਂਦੀ ਨਹੀਂ ਹੈ। ਵਿਗਸੀ ਪੁੱਤਰ ਵਿਆਹਿਆ ਘੋੜੀ ਲਾਵਾਂ ਗਾਵ ਭਲੋਈ। ਆ ਵੇਖੋ ਹੁਣ ਗੁਰਬਾਣੀ ਦੇ ਵਿੱਚ ਲਾਵਾਂ ਲਿਖੀਆਂ, ਲਾਵਾਂ ਨੂੰ ਵਿਆਹ ਦੇ ਨਾਲ ਪੰਥ ਨੇ ਜੋੜਿਆ। ਪਹਿਲੋਂ ਗੁਰਬਾਣੀ ਦਾ ਓਟ ਆਸਰਾ ਲਿਖ ਕੇ ਵਿਆਹ ਹੁੰਦੇ ਸਨ ਗੁਰੂ ਨਾਨਕ ਸਾਹਿਬ ਤੋਂ। ਗੁਰੂ ਨਾਨਕ ਸਾਹਿਬ ਜਦੋਂ 18 ਸਾਲ ਦੀ ਉਮਰ ਵਿੱਚ
ਵਿਆਹੁਣ ਵਾਸਤੇ ਬਟਾਲੇ ਦੇ ਨੇੜੇ ਗਏ ਹਨ, ਜਿੱਥੇ ਹੁਣ ਅਸਥਾਨ ਬਣਿਆ ਹੋਇਆ ਗੁਰਦੁਆਰਾ ਕੰਧ ਸਾਹਿਬ। ਕੰਧ ਉਸ ਸਮੇਂ ਦੀ ਨਿਸ਼ਾਨੀ ਵੀ ਉੱਥੇ ਗੁਰੂ ਨਾਨਕ ਸਾਹਿਬ ਦਾ ਵਿਆਹ ਹੋਇਆ ਸੀ, ਉਸ ਘਰ ਵਿੱਚ। ਇਹ ਗੁਰੂ ਨਾਨਕ ਸਾਹਿਬ ਜੀ ਦੇ ਸਹੁਰਾ ਸਨ ਮੂਲ ਚੰਦ ਖੱਤਰੀ, ਉਹ ਵੀ ਪਟਵਾਰੀ ਸਨ। ਗੁਰੂ ਨਾਨਕ ਸਾਹਿਬ ਦੇ ਪਿਤਾ ਵੀ ਪਟਵਾਰੀ ਸਨ, ਸਹੁਰਾ ਵੀ ਪਟਵਾਰੀ ਸੀ। ਗੁਰੂ ਨਾਨਕ ਸਾਹਿਬ ਦੇ ਜੀਜਾ ਜੀ ਵਿਚੋਲੇ ਸਨ ਭਾਈਆ ਜੈ ਰਾਮ, ਤੇ ਭਾਈਆ ਜੈ ਰਾਮ ਦੇ ਕੋਲੇ ਸੁਲਤਾਨਪੁਰ ਲੋਧੀ ਵਿਖੇ ਮਹਿਕਮਾ ਬਹੁਤ ਵੱਡਾ ਸੀ। ਉਹ ਜਿਹੜਾ ਮਾਲ ਮਹਿਕਮਾ ਹੁੰਦਾ, ਤਹਿਸੀਲਾਂ ਦਾ ਮਹਿਕਮਾ, ਉਹਦੇ ਆਮਲ ਸਨ। ਤਾਂ ਉਹਨਾਂ ਦਾ ਪਟਵਾਰੀਆਂ ਨਾਲ ਵਿਆਹ ਸੀ, ਰਿਸ਼ਤਾ ਉਹਨਾਂ ਨੇ ਕਰਾਇਆ ਸੀ। 18 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜਦੋਂ ਵਿਆਹੁਣ ਵਾਸਤੇ ਗਏ ਆ, ਮਰਦਾਨਾ ਉਦੋਂ 28 ਸਾਲ ਦਾ, ਮਰਦਾਨਾ ਵੀ ਨਾਲ ਆ, ਉਹ ਸੁਲਤਾਨਪੁਰ ਲੋਧੀ ਮਿਲ ਗਿਆ ਸੀ। ਫਿਰ ਜਿਵੇਂ ਜਨੇਊ ਲੱਗੀ ਸੀ ਪਾਉਣ, ਜੋ ਘਟਨਾ ਜਨੇਊ ਪਾਉਣ ਲੱਗਿਆਂ ਵਾਪਰੀ, ਇੱਦਾਂ ਹੀ ਵਿਆਹ ਵੇਲੇ ਹੋਇਆ। ਉੱਥੇ ਵੀ ਉਹਨਾਂ ਨੇ ਪਟਵਾਰੀ ਮੂਲ ਚੰਦ ਨੇ ਤੇ ਉਹਨਾਂ ਦੀ ਸੱਸ ਸੀ ਚੰਦੋ ਰਾਣੀ, ਉਹਨਾਂ ਪੰਡਿਤ ਬ੍ਰਾਹਮਣ ਸਾਰੇ ਮੰਗਾਏ ਹੋਏ ਸਨ ਵੀ ਜੋ ਵੀ ਰੀਤੀ ਰਿਵਾਜ ਉਦੋਂ ਚੱਲਦੇ ਸਨ ਸਨਾਤਨ ਮੱਤ ਦੇ, ਉੱਦਾਂ ਵਿਆਹ ਹੋਣਾ ਸੀ। ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹ ਕੋਈ ਵੀ ਮੌਕਾ ਵਾਂਝਾ ਨਹੀਂ ਸੀ ਜਾਣ ਦਿੰਦੇ। ਪ੍ਰਚਾਰ ਤੋਂ ਵੀ ਇਕੱਠ ਹੋਇਆ ਵਿਆਹ ਤੇ ਸਾਰੇ ਆਏ ਆ, ਤੇ ਆਪਾਂ ਆਪਣੀ ਗੱਲ ਵੀ ਕਰਨੀ ਆ, ਸਿੱਖੀ ਦੀ, ਪ੍ਰਚਾਰ ਦੀ, ਧਰਮ ਦੀ, ਸੱਚ ਦੀ, ਨਾਲੇ ਕਰਮਕਾਂਡਾਂ ਤੇ ਚੋਟ ਕਰਨੀ। ਫਿਰ ਜਨੇਊ ਦੀ ਤਰ੍ਹਾਂ ਉੱਥੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਵਟਾਂਦਰਾ ਕੀਤਾ ਸਾਰਿਆਂ ਦੇ ਨਾਲ। ਤੇ ਜਦੋਂ ਗੁਰੂ ਨਾਨਕ ਸਾਹਿਬ ਦਾ ਫਿਰ ਵਿਆਹ ਲੱਗਾ ਹੋਣ, ਤੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ, ਨਾਲ ਬਾਣੀ ਗਾਈ। ਬਾਣੀ ਨੂੰ ਮੁੱਖ ਰੱਖ ਕੇ ਮੂਲ ਮੰਤਰ, ਹੋਰ ਸ਼ਬਦ ਵੀ ਪੜ੍ਹੇ ਗਏ, ਤੇ ਗੁਰਬਾਣੀ ਦੇ ਨਾਲ ਹੀ ਉਦੋਂ ਵਿਆਹ ਹੋਇਆ। ਗੁਰਬਾਣੀ ਵਿੱਚ ਵਿਆਹ ਲਫ਼ਜ਼ ਆਇਆ, ਆਪਾਂ ਵਿਆਹ ਵਰਤ ਸਕਦੇ। ਗੁਰਬਾਣੀ ਨੇ ਵਿਆਹ ਲਫ਼ਜ਼ ਨੂੰ ਅਪਣਾਇਆ। ਆਨੰਦ ਕਾਰਜ ਇਹ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਵਿੱਚ, ਦੋਨੇ ਨਾਮ ਜਿਹੜੇ ਹਨ ਉਹ ਗੁਰੂ ਘਰ ਵਿੱਚ ਪ੍ਰਮਾਣਿਤ ਹਨ, ਵਿਆਹ ਵੀ ਔਰ ਆਨੰਦ ਕਾਰਜ ਵੀ। ਆਨੰਦ ਕਾਰਜ ਜਿਹੜਾ ਉਹ ਪੰਥ ਨੇ ਨਾਮ ਦਿੱਤਾ। ਲਾਵਾਂ ਫਿਰ ਪੱਕਾ ਕਰ ਦਿੱਤਾ ਵੀ ਲਾਵਾਂ ਵਾਲੀ ਬਾਣੀ ਪੜ੍ਹ ਕੇ ਵਿਆਹ ਹੋਣਾ। ਬਾਣੀ ਤੇ ਆਪਾਂ ਹੋਰ ਵੀ ਪੜ੍ਹਦੇ, ਉਦੋਂ ਹੋਰ ਸ਼ਬਦ ਗਾਏ ਜਾਂਦੇ, ਇੱਕ ਪੱਲੇ ਦਾ ਸ਼ਬਦ ਗਾਇਆ ਜਾਂਦਾ, ਜਾਂ ਲੱਖ ਖੁਸ਼ੀਆਂ, ਸਤਿਗੁਰ ਤੁਮਰੇ ਕਾਜ ਸਵਾਰੇ, ਹੋਰ ਵੀ ਸ਼ਬਦ ਆਪਾਂ ਗਾਉਂਦੇ ਹਾਂ, ਕੋਈ ਵੀ ਗਾ ਸਕਦੇ ਹਾਂ ਖੁਸ਼ੀ ਦੇ ਸ਼ਬਦ। ਤੇ ਇਸੇ ਤਰ੍ਹਾਂ ਆਨੰਦ ਸਾਹਿਬ ਦਾ ਪਾਠ ਹੁੰਦਾ 6 ਪੌੜੀਆਂ ਦਾ। ਤੇ ਲਾਵਾਂ ਕਿਉਂ ਜੋੜੀਆਂ? ਕਿਉਂਕਿ ਲਾਵਾਂ ਗੀਤ ਗਾਉਂਦੇ ਹੁੰਦੇ ਸਨ, ਜਿਵੇਂ ਸੁਹਾਗ ਗਾਏ ਜਾਂਦੇ ਆ, ਘੋੜੀਆਂ ਗਾਈਆਂ ਜਾਂਦੀਆਂ, ਇਸੇ ਤਰ੍ਹਾਂ ਹੀ ਲਾਵਾਂ ਵੀ ਗਾਉਂਦੇ ਹੁੰਦੇ ਸਨ। ਪੰਜਾਬੀ ਦੇ ਵਿੱਚ ਇੱਕ ਕਵਿਤਾ ਗੀਤ ਹੁੰਦੇ ਸਨ ਵਿਆਹ ਵੇਲੇ ਗਾਉਣ ਵਾਲੇ, ਉਹਨਾਂ ਨੂੰ ਲਾਵਾਂ ਕਹਿੰਦੇ ਸੀ। ਇਹ ਇੱਕ ਛੰਦਾਬੰਦੀ ਹੈ, ਇਹ ਕਵਿਤਾ ਦੀ ਇੱਕ ਕਿਸਮ ਹੈ। ਤੇ ਫਿਰ ਉਹ ਲਾਵਾਂ ਗੁਰੂ ਰਾਮਦਾਸ ਜੀ ਨੇ ਬਾਣੀ ਵਿੱਚ ਲਿਖੀਆਂ। ਲਾਵਾਂ ਦਾ ਭਾਵ ਹੁੰਦਾ ਲਗਾਓ, ਲਗਾਓ, ਜੋੜ, ਮੇਲ, ਬੰਧਨ, ਪਵਿੱਤਰ ਰਿਸ਼ਤੇ ਵਿੱਚ, ਪਵਿੱਤਰ ਪਤੀ ਪਤਨੀ ਦੇ ਬੰਧਨ ਵਿੱਚ ਬੱਝ ਜਾਣਾ, ਇਹ ਸਾਰੀ ਜ਼ਿੰਦਗੀ ਵਾਸਤੇ ਇੱਕ ਦੂਜੇ ਨੂੰ ਚੁਣ ਲੈਣਾ। ਲਾਮ ਦਾ ਭਾਵ ਲਗਾਓ ਹੈ। ਲਗਾਓ ਦੇ 4 ਪੜਾਅ, ਬਾਹਰ ਸੰਸਾਰਿਕ ਤੌਰ ਤੇ ਵੀ ਗਿਆਨ ਦੇ ਦਿੱਤਾ, ਲੋਕ ਤੌਰ ਤੇ ਪਰਲੋਕ ਦਾ ਵੀ ਇਸੇ ਤਰ੍ਹਾਂ ਸੱਚ ਦੇ ਨਾਲ, ਪਰਮੇਸ਼ਰ ਦੇ ਨਾਲ, ਗੁਰੂ ਦੇ ਨਾਲ ਵੀ ਜੁੜਨਾ, ਉਸ ਦੇ 4 ਪੜਾਅ ਵੀ ਦੱਸ ਦਿੱਤੇ। ਲਾਮ ਤੋਂ ਭਾਵ ਲਗਾਓ, ਜੋੜ, ਮੇਲ ਮਿਲਾਪ। ਤਾਂ ਭਾਈ ਗੁਰਦਾਸ ਜੀ ਲਿਖ ਰਹੇ ਨੇ, ਵਿਗਸੀ ਪੁੱਤਰ ਵਿਆਹਿਆ। ਜਦੋਂ ਉਸ ਦੀ ਸੰਤਾਨ ਦਾ ਵਿਆਹ ਹੁੰਦਾ ਹੈ, ਬੜੀ ਖੁਸ਼ ਹੁੰਦੀ ਆ ਵਿਗਸੀ ਕਿ ਵਿਆਹ ਕੀਤਾ। ਪਹਿਲੋਂ ਮੰਗਣੀ ਹੋਈ ਨਾ, ਰਿਸ਼ਤਾ ਤੈਅ ਹੋਇਆ, ਫਿਰ ਵਿਆਹ ਰੱਖ ਦਿੱਤਾ, ਤਰੀਕ ਮਿਥ ਦਿੱਤੀ। ਜਿਹੜੀ ਵਿਆਹ ਦੀ ਤਰੀਕ ਮਿਥੀ ਜਾਂਦੀ ਉਸ ਨੂੰ ਸਾਹਾ ਕਹਿੰਦੇ, ਉਹਦਾ ਨਾਮ ਹੈ। ਜੋ ਸਾਹਾ ਕਹਿ ਦੋ ਤੇ ਸਾਹਾ ਤੋਂ ਅਗਲਾ ਸਮਝ ਜਾਂਦਾ ਵੀ ਵਿਆਹ ਦਾ ਦਿਨ ਮਿਥਿਆ ਗਿਆ, ਤਰੀਕ ਮੁਕਰਰ ਕਰ ਦਿੱਤੀ। ਹੁਣ ਉਹ ਜਿਹੜੇ ਪੰਡਿਤ ਪੁਜਾਰੀ ਹੁੰਦੇ ਸਨ, ਉਹਨਾਂ ਨੇ ਲੋਕਾਂ ਨੂੰ ਗੁਲਾਮ ਬਣਾਉਣ ਵਾਸਤੇ ਉਹ ਕਹਿੰਦੇ ਸਨ ਕਿ ਸਾਹਾ ਸਾਡੇ ਤੋਂ ਹੀ ਸਧਾਉਣਾ, ਤਰੀਕ ਅਸੀਂ ਦੱਸਾਂਗੇ ਵੀ ਤੁਹਾਡੇ ਵਾਸਤੇ ਕਿਹੜੀ ਚੰਗੀ ਕਿਹੜੀ ਮਾੜੀ ਆ, ਮਹੂਰਤ ਕਿਹੜਾ ਚੰਗਾ। ਸਾਹਾ ਤੋਂ ਭਾਵ ਆ ਵਿਆਹ ਦੀ ਤਰੀਕ ਜਿਹੜੀ ਮਿਥੀ ਗਈ ਉਹ ਸਾਹਾ ਹੋ ਗਿਆ। ਪਰ ਗੁਰਮਤਿ ਨੇ ਕਿਹਾ ਵੀ ਵਿਆਹ ਦੀ ਤਰੀਕ ਰੱਖਣੀ ਜਿਹੜੀ ਸਾਹਾ, ਇਹ ਤੇ ਸੰਜੋਗ ਆ ਪਰਮੇਸ਼ਰ ਨੇ ਬਣਾਏ ਆ, ਸੰਜੋਗ ਵਿਜੋਗ ਧੁਰੋਂ ਹੀ ਹੋਇਆ। ਸਾਹਾ ਸੰਜੋਗ, ਮੇਲ ਮਿਲਾਪ, ਵਿਆਹ ਦਾ ਦਿਨ ਮਿਥਿਆ ਜਾਂਦਾ। ਜਦੋਂ ਅੰਦਰੋਂ ਜੀਵ ਆਤਮਾ ਦਾ ਅੰਤਰ ਆਤਮਾ ਨਾਲ ਮਿਲਾਪ ਹੁੰਦਾ, ਉਹ ਵੀ ਸਾਹਾ ਹੈ, ਇੱਕ ਉਹ ਸਮਾਂ ਹੁੰਦਾ।
ਇੱਕ ਬਾਹਰ ਪਤੀ ਪਤਨੀ ਦਾ ਜਿਸ ਦਿਨ ਮੇਲ ਹੁੰਦਾ, ਵਿਆਹ ਹੁੰਦਾ, ਉਹ ਵੀ ਸਾਹਾ ਹੁੰਦਾ, ਉਹ ਦਿਨ ਵਾਰ ਤਰੀਕ, ਉਦੋਂ ਸੰਜੋਗ ਹੁੰਦਾ, ਮਿਲਾਪ ਹੁੰਦਾ। ਲਾੜਾ ਲਾੜੀ ਆਉਂਦੇ ਆ ਤੇ ਕੰਤ ਤੇ ਸੁਹਾਗਣ ਬਣ ਕੇ ਜਾਂਦੇ। ਜਦੋਂ ਵਿਆਹ ਹੁੰਦਾ ਤੇ ਵਿਆਹ ਦੇ ਵਿੱਚ ਪਹਿਲੋਂ ਮੰਗਣੀ ਕਰਾ ਕੇ ਸੱਜ ਧੱਜ ਕੇ ਆਸ਼ੀਰਵਾਦ ਲੈਣ ਵਾਸਤੇ ਜਦੋਂ ਸੁਭਾਗ ਜੋੜੀ ਆਉਂਦੀ, ਉਸ ਨੂੰ ਆਪਾਂ ਕੀ ਕਹਿੰਦੇ ਆ? ਆਪਾਂ ਕਾਕਾ ਜੀ ਨੂੰ ਕਹਿੰਦੇ ਆ ਲਾੜਾ, ਤੇ ਕਾਕੀ ਬੱਚੀ ਨੂੰ ਆਪਾਂ ਕਹਿੰਦੇ ਆ ਲਾੜੀ। ਤੇ ਜਦੋਂ ਫਿਰ ਉੱਥੇ ਆ ਕੇ ਉਹਨਾਂ ਦਾ ਵਿਆਹ ਹੁੰਦਾ, ਉਪਦੇਸ਼ ਮਿਲਦਾ, ਲਾਵਾਂ ਹੁੰਦੀਆਂ, ਫੇਰੇ ਹੁੰਦੇ, ਸਤਿਗੁਰੂ ਜੀ ਉਹਨਾਂ ਨੂੰ ਆਸ਼ੀਰਵਾਦ ਦਿੰਦੇ, ਤੇ ਫਿਰ ਉਹਨਾਂ ਨੂੰ ਇੱਕ ਰੁਤਬਾ ਮਿਲਦਾ, ਗੁਰੂ ਘਰ ਵੱਲੋਂ ਇੱਕ ਖਿਤਾਬ ਮਿਲਦਾ, ਸਮਾਜ ਵੀ ਨਾਲ ਪ੍ਰਵਾਨਗੀ ਦਿੰਦਾ, ਸੰਗਤ ਵੀ। ਉਹ ਰੁਤਬਾ ਤੇ ਖਿਤਾਬ ਕਾਹਦਾ ਹੁੰਦਾ ਭਾਈ? ਲਾੜਾ ਲਾੜੀ ਜਦੋਂ ਆਏ ਸੀ ਉਦੋਂ, ਤੇ ਜਦੋਂ ਉੱਥੋਂ ਲਾਵਾਂ ਕਰਾ ਕੇ ਉੱਠਦੇ ਆ ਨਾ, ਫਿਰ ਉਹ ਲਾੜਾ ਤੇ ਲਾੜੀ ਨਹੀਂ ਰਹਿੰਦੇ, ਫਿਰ ਉਹ ਕੰਤ ਤੇ ਸੁਹਾਗਣ ਬਣ ਜਾਂਦੇ। ਲਾੜਾ ਕੰਤ ਬਣ ਜਾਂਦਾ। ਗੁਰਬਾਣੀ ਸਤਿਗੁਰੂ ਜੀ ਨੂੰ ਉਪਦੇਸ਼ ਦੇ ਕੇ, ਆਸ਼ੀਰਵਾਦ ਦੇ ਕੇ ਲਾੜੇ ਨੂੰ ਕੰਤ ਬਣਾ ਦਿੰਦੇ ਆ। ਭਾਈ ਇਹ ਤੇਰੀ ਜ਼ਿੰਮੇਵਾਰੀ ਆ, ਹੁਣ ਇਹ ਤੇਰੇ ਲੜ ਲਾ ਦਿੱਤੀ ਆ, ਇਹਦੀ ਜ਼ਿੰਮੇਵਾਰੀ ਤੇਰੀ ਆ, ਤੂੰ ਦੁੱਖ ਸੁੱਖ ਦਾ ਭਾਈਵਾਲ ਹੈ, ਤੂੰ ਹੁਣ ਪਤਨੀ ਵਾਲਾ ਹੋ ਗਿਆ। ਤੇ ਜਿਹੜੀ ਲਾੜੀ ਉਹ ਸੁਹਾਗਣ ਬਣ ਜਾਂਦੀ, ਵੀ ਤੂੰ ਹੁਣ ਸੁਹਾਗ ਭਾਗ ਵਾਲੀ ਹੋ ਗਈ। ਦੋਨਾਂ ਨੂੰ ਸਤਿਗੁਰੂ ਜੀ ਖਿਤਾਬ ਦਿੰਦੇ ਹਨ, ਕੰਤ ਤੇ ਸੁਹਾਗਣ। ਫਿਰ ਕੰਤ ਤੇ ਸੁਹਾਗਣ ਤੋਂ, ਕਿਉਂਕਿ ਇਹ ਗੁਣਾਂ ਨੂੰ ਪ੍ਰਗਟ ਕਰਦੇ ਆ, ਵਫਾਦਾਰੀ ਨੂੰ ਪ੍ਰਗਟ ਕਰਦੇ ਆ। ਕੰਤ ਕੌਣ ਹੈ? ਜਿਹੜਾ ਪਤਨੀ ਦਾ ਵਫਾਦਾਰ ਹੈ। ਕੰਤ ਉਹ ਹੈ ਜਿਹੜਾ ਪਤੀ ਪਤਨੀ ਨੂੰ ਹੀ ਆਪਣੀ ਸ਼ਰਧਾ ਤੇ ਪ੍ਰੇਮ ਦੀ ਮਾਲਕ ਜਾਣਦਾ। ਜਿੱਥੇ ਮਰਜ਼ੀ ਹੋਵੇ ਸੰਸਾਰ ਵਿੱਚ ਰਹਿੰਦਿਆਂ ਉਤਰਾ ਚੜ੍ਹਾਅ ਵੀ ਆ ਜਾਂਦੇ ਆ, ਦੂਰ ਨੇੜੇ ਵੀ ਰਹਿਣਾ ਪੈ ਸਕਦਾ, ਗਰੀਬੀ ਅਮੀਰੀ ਸਭ ਕੁਝ ਆ ਜਾਂਦਾ, ਦੁੱਖ ਸੁੱਖ, ਪਰ ਉਹ ਪਤਨੀ ਦਾ ਵਫਾਦਾਰ ਹੀ ਰਹਿੰਦਾ, ਉਹ ਕੰਤ ਹੁੰਦਾ। ਤੇ ਇਸੇ ਤਰ੍ਹਾਂ ਜਿਹੜੀ ਪਤਨੀ, ਜਿਸ ਵਾਸਤੇ ਪਤੀ ਦੇ ਬਰਾਬਰ ਦੁਨੀਆ ਤੇ ਕੋਈ ਨਹੀਂ ਹੋਰ, ਬਾਕੀ ਰਿਸ਼ਤੇ ਵੱਖ-ਵੱਖ ਆਪਣੇ ਥਾਂ, ਜਿਹੜੀ ਪਤਨੀ ਆਪਣੇ ਪਤੀ ਨੂੰ ਹੀ ਸ਼ਰਧਾ ਤੇ ਪ੍ਰੇਮ ਦਾ ਮਾਲਕ ਜਾਣਦੀ ਹੈ ਨਾ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ, ਉਹ ਸੁਹਾਗਣ ਹੈ। ਉਹਨੂੰ ਉਦਣ ਸੁਹਾਗਣ ਬਣਾ ਦਿੱਤਾ, ਇਹ ਪੱਟੀ ਪੜ੍ਹਾ ਦਿੱਤੀ ਕਿ ਤੂੰ ਇਸ ਦੀ ਹੈ ਤੇ ਇਹ ਤੇਰਾ ਹੈ। ਫਿਰ ਉਹਨਾਂ ਨੇ ਸਾਰੀ ਜ਼ਿੰਦਗੀ ਨਿਰਬਾਹ, ਚੰਗਾ ਤਾਂ ਹੀ ਹੁੰਦਾ, ਇਹ ਗੁਣ ਪੱਲੇ ਬੰਨ੍ਹ ਕੇ ਰੱਖਣੇ ਹੁੰਦੇ। ਆਨੰਦ ਕਾਰਜ ਕੀ ਹੁੰਦਾ? ਦੋਨੇ ਜਦੋਂ ਸਨਮੁਖ ਬਿਠਾਏ ਜਾਂਦੇ ਆ, ਬਾਕੀ ਸੰਗਤ ਤੇ ਪਾਸੇ ਹੁੰਦੀ ਆ, ਦੋਨਾਂ ਨੂੰ ਅੱਗੇ ਕਿਉਂ ਬਿਠਾਇਆ ਜਾਂਦਾ? ਕਿਉਂਕਿ ਕੌਲ ਇਕਰਾਰ ਉਹਨਾਂ ਨੇ ਕਰਨਾ ਹੁੰਦਾ, ਫੈਸਲਾ ਉਹਨਾਂ ਨੂੰ ਸੁਣਾਇਆ ਜਾਣਾ। ਤਾਂ ਹੀ ਜਿਹੜੀ ਅਸੀਂ ਅਰਦਾਸ ਪਹਿਲੋਂ ਆਰੰਭਤਾ ਵਿੱਚ ਕਰਦੇ ਹਾਂ, ਉਹਦੇ ਵਿੱਚ ਸਾਰੇ ਨਹੀਂ ਖਲੋਂਦੇ, ਸਿਰਫ ਲਾੜਾ ਲਾੜੀ ਤੋਂ ਉਹਨਾਂ ਦੇ ਮਾਪੇ ਖਲੋਂਦੇ ਉੱਠ ਕੇ। ਉਦੋਂ ਆਨੰਦ ਕਾਰਜ ਦੀ ਸ਼ੁਰੂਆਤ ਹੁੰਦੀ ਵੀ ਇਹਨਾਂ ਵਾਸਤੇ ਆ ਵਿਸ਼ੇਸ਼ ਅੱਜ ਦਾ ਸਮਾਗਮ, ਲਾਵਾਂ ਫੇਰੇ ਇਹਨਾਂ ਵਾਸਤੇ। ਤੇ ਆਨੰਦ ਕਾਰਜ ਜਦੋਂ ਬੈਠ ਕੇ ਸਿੱਖਿਆ ਸੁਣਦੇ ਹਨ, ਉਹ ਕੀ ਹੁੰਦਾ, ਉਹਦੀ ਵਿਆਖਿਆ ਕੀ? ਉਹ ਇੱਕ ਪਰਣ ਹੁੰਦਾ। ਲਾੜਾ ਲਾੜੀ ਵੱਲੋਂ ਆਨੰਦ ਕਾਰਜ ਕੀ? ਇੱਕ ਪਰਣ ਹੈ, ਇੱਕ ਕੌਲ ਇਕਰਾਰ ਹੈ। ਉਹ ਕੀ ਹੈ ਕਿ ਜੋ ਸਾਨੂੰ ਗੁਰੂ ਜੀ ਨੇ ਕਹਿ ਦਿੱਤਾ, ਬਾਣੀ ਵਿੱਚ ਕਹਿ ਦਿੱਤਾ, ਤੇ ਸਮਾਜ ਸਾਰਾ ਬੈਠਾ ਭਾਈਚਾਰਾ ਇਹ ਸਾਨੂੰ ਪ੍ਰਵਾਨਗੀ ਦੇ ਰਿਹਾ, ਇਕੱਠੇ ਰਹਿਣ ਦੀ ਪ੍ਰਵਾਨਗੀ ਦੇ ਰਿਹਾ। ਤੇ ਦੋਨੇ ਵਾਅਦਾ ਇੱਕ ਦੂਜੇ ਨਾਲ ਇਹ ਕਰਦੇ ਆ, ਆਨੰਦ ਕਾਰਜ ਵਿਆਹ ਕਿਤੇ ਵੀ ਹੋਵੇ, ਭਾਵੇਂ ਦੁਨੀਆ ਵਿੱਚ ਕੋਈ ਵੀ ਮਤ ਮਤੰਤਰਿਆ ਨਿਕਾਹ ਹੁੰਦਾ, ਵਿਆਹ ਹੁੰਦਾ, ਤੇ ਭਾਵੇਂ ਕੋਰਟ ਮੈਰਿਜ ਹੁੰਦੀ, ਕਿਤੇ ਕੁਝ ਵੀ ਹੁੰਦਾ, ਉਚੇਚੀ ਰਸਮ ਕਿਉਂ ਹੁੰਦੀ? ਇਹ ਤੇ ਸਭ ਤੋਂ ਉਚੇਰੀ, ਅਸੀਂ ਇਹਨੂੰ ਰਸਮ ਕਹਿੰਦੇ ਹੀ ਨਹੀਂਗੇ, ਇਹਨੂੰ ਮਰਿਆਦਾ ਹੀ ਕਹਿਣੀ ਚਾਹੀਦੀ, ਕਿਉਂਕਿ ਆਨੰਦ ਕਾਰਜ ਇੱਕ ਮਰਿਆਦਾ ਹੈ ਗੁਰੂ ਘਰ ਦੀ। ਔਰ ਦੁਨੀਆ ਵਿੱਚ ਵੀ ਗੁਰੂ ਘਰ ਤੇ ਆਪਣੇ ਆਪ ਦੇ ਵਿੱਚ ਵੱਡੀ ਮਿਸਾਲ ਹੈ ਨਾ। ਹੈ ਤੇ ਵੇਖੋ ਸੰਸਾਰਕ ਰਸਮ ਸਾਨੂੰ ਲੱਗਦੀ ਆ ਵਿਆਹ, ਪਰ ਦੁਨੀਆ ਵਿੱਚ ਬਹੁਤਾਤ ਤੌਰ ਤੇ ਸਾਰੇ ਮਤਾਂ ਨੇ, ਭਾਵੇਂ ਈਸਾਈਅਤ ਹੈ, ਭਾਵੇਂ ਕੋਈ ਵੀ ਮਤ, ਉਸਨੇ ਇਸ ਨੂੰ ਧਾਰਮਿਕ ਰਸਮ ਮੰਨਿਆ। ਜਦੋਂ ਵਿਆਹ ਕੀਤਾ ਜਾਂਦਾ ਨਾ, ਉਦੋਂ ਆਪਣੇ ਆਪਣੇ ਇਸ਼ਟ ਨੂੰ ਸਾਖੀ ਮੰਨਿਆ ਜਾਂਦਾ ਹੈ, ਆਪਣੇ ਇਸ਼ਟ ਦੀ ਹਜ਼ੂਰੀ ਦੇ ਵਿੱਚ ਵਿਆਹ ਕੀਤਾ ਜਾਂਦਾ। ਇਸ ਨੂੰ ਧਾਰਮਿਕ ਰਸਮ ਦੇ ਵਜੋਂ ਦੁਨੀਆ ਨੇ ਪ੍ਰਵਾਨਗੀ ਦਿੱਤੀ ਆ, ਧਰਮਾਂ ਨੇ, ਤੇ ਗੁਰੂ ਘਰ ਦੇ ਵਿੱਚ ਇਹ ਮਰਿਆਦਾ ਹੈ। ਆਨੰਦ ਕਾਰਜ ਕੀ ਹੈ? ਦੋਨੇ ਆ ਕੇ ਜਦੋਂ ਸਾਹਮਣੇ ਬੈਠਦੇ ਆ ਤੇ ਬਾਣੀ ਸੁਣਦੇ ਹਨ, ਉਹ ਪਰਣ ਕਰਦੇ, ਕੌਲ ਇਕਰਾਰ ਕਰਦੇ। ਪਤਨੀ ਪਰਣ ਕਰਦੀ ਆ ਕਿ ਮੇਰੇ ਵਾਸਤੇ ਸਾਰੀ ਦੁਨੀਆ ਵਿੱਚ ਜੋ ਇਸ ਦਾ ਅਹੁਦਾ ਹੈ, ਉਹ ਦੁਨੀਆ ਵਿੱਚ ਹੋਰ ਕਿਸੇ ਦਾ ਨਹੀਂ। ਪਤਨੀ
ਪਤੀ ਦੇ ਨਾਲ ਪਰਨ ਕਰਦੀ ਹੈ, ਔਰ ਜਿਹੜਾ ਪਤੀ ਉਹ ਪਤਨੀ ਦੇ ਨਾਲ ਪਰਨ ਕਰਦਾ ਉਸ ਦਿਨ ਤੋਂ, ਵੀ ਅਸੀਂ ਇੱਕ ਦੂਜੇ ਦੇ ਅਸੀਂ ਪਤੀ ਪਤਨੀ ਬਣੇ, ਅੱਜ ਤੋਂ ਕੰਤ ਸੁਹਾਗਣ ਬਣੇ। ਤੇ ਵਿਆਹ ਤੇ ਹੋ ਜਾਂਦਾ ਭਾਵੇਂ ਥੋੜ੍ਹੇ ਚਿਰ ਵਿੱਚ ਹੀ, ਪਰ ਉਸ ਦਿਨ ਤੋਂ ਸ਼ੁਰੂ ਕੀ ਹੁੰਦਾ? ਨਿਰਬਾਹ। ਨਿਰਬਾਹ ਬਹੁਤ ਲੰਮਾ ਹੁੰਦਾ, ਸਾਰੀ ਜ਼ਿੰਦਗੀ ਦਾ ਹੁੰਦਾ। ਹੁਣ ਇੱਕ ਇੱਥੇ ਗੱਲ ਹੋਰ ਸਾਡੇ ਯਾਦ ਰੱਖਣ ਵਾਲੀ ਬਹੁਤ ਜ਼ਰੂਰੀ ਹੈ। ਜਿਹੜੀ ਵਿਆਹ ਦੀ ਖੁਸ਼ੀ ਹੈ, ਸੰਸਾਰਕ ਖੁਸ਼ੀਆਂ ਦੇ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਹੈ। ਬੰਦੇ ਦੇ ਆਪਣੇ ਵਾਸਤੇ ਵੀ ਔਰ ਮਾਪਿਆਂ ਵਾਸਤੇ ਸਭ ਤੋਂ ਵੱਡੀ ਖੁਸ਼ੀ ਆ ਸੰਸਾਰਕ ਤੌਰ 'ਤੇ ਵਿਆਹ ਦੀ। ਚਲੋ ਅਧਿਆਤਮਿਕ ਤੌਰ 'ਤੇ ਜਦੋਂ ਗੁਰੂ ਨਾਲ ਮਿਲਾਪ ਹੁੰਦਾ ਨਾ, ਅਧਿਆਤਮਿਕ ਤੌਰ 'ਤੇ ਉਹ ਖੁਸ਼ੀ, ਪਰ ਸੰਸਾਰਕ ਤੌਰ 'ਤੇ ਸਭ ਤੋਂ ਵੱਡੀ ਖੁਸ਼ੀ ਹੈ। ਇੱਥੋਂ ਅੱਗੇ ਖੁਸ਼ੀਆਂ ਦਾ ਹੋਰ ਜਨਮ ਹੁੰਦਾ, ਅੱਗੇ ਖੁਸ਼ੀਆਂ ਜਿਹੜੀਆਂ ਸ਼ੁਰੂਆਤ ਹੁੰਦੀ ਹੋਰ ਖੁਸ਼ੀਆਂ ਦੀ, ਇੱਥੋਂ ਸਾਰੇ ਰਿਸ਼ਤੇ ਇੱਥੋਂ ਬਣਦੇ। ਹੁਣ ਜਦੋਂ ਆਨੰਦ ਕਾਰਜ ਹੁੰਦਾ ਹੈ, ਆਨੰਦ ਕਾਰਜ ਦੇ ਵਿੱਚ ਸਮੱਸਿਆ ਕੀ ਹੈ, ਖੜੋਤ ਕੀ ਆਈ ਹੈ, ਗਿਰਾਵਟ ਕੀ ਆਈ ਹੈ? ਵੀ ਇੰਨੀ ਮਾਨਮਤੀ, ਇੰਨੀ ਅਲੌਕਿਕ ਮਰਿਆਦਾ, ਤੇ ਉਦੋਂ ਨਾ ਸਾਰੇ ਕਾਹਲੀ ਵਿੱਚ ਬਹੁਤ ਹੁੰਦੇ। ਇਹ ਸਾਡਾ ਅਭਾਗ ਹੈ। ਇਹ ਅਫਸੋਸ ਵਾਲੀ ਗੱਲ ਆ ਵੀ ਏਡੀ ਵੱਡੀ ਖੁਸ਼ੀ ਦਿੱਤੀ ਆ ਲਾੜਾ ਲਾੜੀ ਨੂੰ, ਸੁਭਾਗ ਜੋੜੀ ਨੂੰ, ਦੋਨਾਂ ਜੀਆਂ ਨੂੰ ਜਿਨ੍ਹਾਂ ਦਾ ਵਿਆਹ ਹੋ ਰਿਹਾ, ਉਹਨਾਂ ਨੂੰ ਏਡੀ ਵੱਡੀ ਖੁਸ਼ੀ, ਸਿੱਖ ਧਰਮ ਨਾਲ ਸੰਬੰਧ ਔਰ ਆਨੰਦ ਕਾਰਜ ਹੋ ਰਹੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਜਿਹੜੀ ਕਿ ਪਹਿਲੀ ਵਾਰ ਤੇ ਇੱਕ ਵਾਰ ਹੀ ਹੁੰਦਾ ਵਾ ਇਹ, ਤੇ ਸਭ ਤੋਂ ਵੱਡੀ ਖੁਸ਼ੀ। ਫਿਰ ਦੋਨਾਂ ਦੇ ਪਰਿਵਾਰ, ਦੋਨਾਂ ਦੇ ਸੰਬੰਧੀ, ਤੇ ਸਾਰੇ ਚਾਹੁੰਦੇ ਤੇ ਇਹ ਆ ਕਿ ਸਾਡਾ ਜਿਹੜਾ ਬੱਚਾ ਬੱਚੀ ਜਿਨ੍ਹਾਂ ਦਾ ਵਿਆਹ ਹੋ ਰਿਹਾ, ਇਹਨਾਂ ਦਾ ਨਾ ਨਿਰਬਾਹ ਬਹੁਤ ਚੰਗਾ ਹੋਵੇ, ਇਹਨਾਂ ਦੀ ਆਪਸ ਵਿੱਚ ਕੱਲ੍ਹ ਨੂੰ ਬਣੇ, ਇਹਨਾਂ ਦਾ ਪ੍ਰੇਮ ਪਿਆਰ ਬਣਿਆ ਰਵੇ। ਵੀ ਸ਼ੁਰੂ ਵਿੱਚ ਜੋ ਪ੍ਰੇਮ ਪਿਆਰ ਉਹ ਸਾਰੀ ਜ਼ਿੰਦਗੀ ਨਿਭ ਜਾਵੇ। ਇੱਕ ਪੰਕਤੀ ਹੈ, ਜੈਸੀ ਉਪਜੀ ਪੇੜ ਤੇ। ਹੁਣ ਸ਼ੁਰੂ ਵਿੱਚ ਤੇ ਜਦੋਂ ਮੰਗਣੀ ਹੁੰਦੀ ਉਦੋਂ ਵੀ ਪਿਆਰ, ਵਿਆਹ ਦੇ ਵੇਲੇ ਵੀ ਪਿਆਰ ਹੁੰਦਾ, ਪਰ ਬਾਅਦ ਵਿੱਚ ਗੱਲ ਜਿਹੜੀ ਅੱਗੇ ਤੋਂ ਅੱਗੇ ਜਾ ਕੇ ਸਮਝੌਤੇ ਤੇ ਟਿਕਦੀ ਆ, ਗੁਣਾਂ ਤੇ ਟਿਕਦੀ ਆ। ਸਰੀਰਾਂ ਦੀ ਖਿੱਚ ਨਹੀਂ ਲੰਮਾ ਸਮਾਂ ਹੁੰਦੀ। ਉਹ ਕਿਸੇ ਨਾਲ ਕਦੋਂ ਵੀ ਜਦੋਂ ਰਿਸ਼ਤਾ ਜੋੜਿਆ, ਸਰੀਰਾਂ ਦੀ ਖਿੱਚ ਦੀ ਆਪਣੀ ਇੱਕ ਲਿਮਟ ਹੈ, ਉਹਦੀ ਇੱਕ ਹੱਦਬੰਦੀ ਹੈ। ਪਰ ਜਿਹੜਾ ਪਰਨ ਇੱਥੇ ਕੀਤਾ ਹੁੰਦਾ ਹੈ, ਉਹ ਜਿਹੜਾ ਮੇਲ ਮਿਲਾਪ ਤੇ ਸਾਂਝ ਬਣਾਉਂਦਾ, ਉਹ ਗੁਣਾਂ ਕਰਕੇ ਬਣਦੀ ਹੈ, ਸਮਝੌਤੇ ਕਰਕੇ ਬਣਦੀ ਹੈ, ਕੌਲ ਇਕਰਾਰ ਕਰਕੇ ਬਣਦੀ ਹੈ, ਪਰਨ ਕਰਕੇ ਬਣਦੀ ਹੈ। ਵੀ ਜਿਹੜਾ ਪਿਆਰ ਵਿਆਹ ਵੇਲੇ ਆ, ਮੰਗਣੀ ਵੇਲੇ ਆ ਦੋਨਾਂ ਦਾ, ਉਹ ਸਾਰੀ ਜ਼ਿੰਦਗੀ ਬਣਿਆ ਰਹੇ। ਕਿਉਂਕਿ ਆਪਾਂ ਵੇਖਦੇ ਆ ਨਾ ਵੀ ਬਾਅਦ ਵਿੱਚ ਬਣਿਆ ਨਹੀਂ ਰਹਿੰਦਾ। ਤਾਂ ਹੀ ਪੰਜਾਬੀ ਦੀ ਕਹਾਵਤ ਹੈ, ਜੋੜੀਆਂ ਜੱਗ ਥੋੜੀਆਂ। ਜੋੜੀਆਂ ਉਹਨਾਂ ਦੀਆਂ ਹੁੰਦੀਆਂ ਜਿਹੜੇ ਅੰਦਰੋਂ ਜੁੜੇ ਰਹਿੰਦੇ ਆ ਸਦਾ। ਜੋੜੀ ਕਿਹਦੀ ਹੁੰਦੀ? ਜਿਹੜੇ ਅੰਦਰੋਂ ਜੁੜੇ। ਪਤੀ ਪਤਨੀ ਅੰਦਰੋਂ ਕਿਵੇਂ ਜੁੜੇ ਹੋਣ? ਉਹ ਪੰਕਤੀ ਇੱਕ ਬਾਣੀ ਦੀ, ਧਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ। ਆ ਵੇਖੋ, ਇਹ ਪਤੀ ਪਤਨੀ ਵਾਸਤੇ ਸਭ ਤੋਂ ਮੁੱਖ ਪੰਕਤੀ ਹੈ, ਜਿਹੜੀ ਆਨੰਦ ਕਾਰਜ ਵੇਲੇ ਬੋਲੀ ਜਾਂਦੀ ਔਰ ਬੋਲੀ ਜਾਣੀ ਚਾਹੀਦੀ। ਕੁੱਜੇ ਵਿੱਚ ਸਮੁੰਦਰ ਬੰਦ ਕਰਕੇ ਦੋਨਾਂ ਨੂੰ ਇਹ ਸਿੱਖਿਆ ਦਿੱਤੀ। ਧਨ ਪਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ। ਧਨ ਤੋਂ ਭਾਵ ਹੈ ਪਤਨੀ, ਪਿਰ ਤੋਂ ਭਾਵ ਹੈ ਪਤੀ। ਵੀ ਪਤੀ ਪਤਨੀ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜਿਹੜੇ ਇਕੱਠੇ ਰਹਿੰਦੇ ਆ, ਇੱਕ ਘਰ ਵਿੱਚ ਰਹਿੰਦੇ ਆ, ਇਕੱਠੇ ਜਾਂਦੇ ਆ, ਇਕੱਠੇ ਆਉਂਦੇ ਆ, ਇਕੱਠੇ ਖਾਂਦੇ ਪੀਂਦੇ ਆ, ਇੱਕ ਦੂਜੇ ਨਾਲ ਮਿਲਦੇ ਵਰਤਦੇ ਆ। ਉਹ ਤੇ ਮਿਲਣਾ ਵਰਤਣਾ ਪੈਂਦਾ, ਫਿਰ ਉਹਨਾਂ ਦੇ ਬੱਚੇ ਵੀ ਹੁੰਦੇ। ਕਹਿੰਦੇ ਵੀ ਉਹ ਜੋੜੀ ਚਾਹੀਦੀ, ਜੋੜੀ ਅੰਦਰੋਂ ਜੁੜੇ ਹੋਣੇ ਚਾਹੀਦੇ ਆ ਦੋਨੇ, ਹਮੇਸ਼ਾ ਸਾਰੀ ਜ਼ਿੰਦਗੀ ਜੁੜੇ ਰਹਿਣ। ਉਹ ਕਿਵੇਂ? ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ। ਪਤੀ ਪਤਨੀ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜਿਹੜੇ ਇਕੱਠੇ ਰਹਿੰਦੇ ਆ ਸਰੀਰਕ ਤੌਰ ਤੇ। ਪਤੀ ਪਤਨੀ ਉਹ ਹੁੰਦੇ ਆ ਜਿਨ੍ਹਾਂ ਦੀਆਂ ਮੂਰਤੀਆਂ ਭਾਵੇਂ ਦੋ ਨੇ, ਸਰੀਰ ਭਾਵੇਂ ਦੋ ਨੇ, ਪਰ ਜੋਤ ਇੱਕੋ, ਇੱਕ ਦੂਜੇ ਦੇ ਸਾਹੀ ਜਿਉਂਦੇ ਹੋਣ। ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ। ਐਸੀਆਂ ਜੋੜੀਆਂ ਥੋੜੀਆਂ ਹੁੰਦੀਆਂ। ਔਰ ਇਹ ਸਾਨੂੰ ਨੌਜਵਾਨਾਂ ਨੂੰ, ਬੱਚਿਆਂ ਨੂੰ ਪਹਿਲੋਂ ਹੀ ਸਿੱਖਿਆ ਦੇਣੀ ਚਾਹੀਦੀ ਆ, ਮਾਪਿਆਂ ਨੂੰ। ਇਹ ਤੇ ਨਹੀਂ ਤੇ ਆਨੰਦ ਕਾਰਜ ਵੇਲੇ ਤੇ ਦੇਣੀ ਚਾਹੀਦੀ ਆ ਨਾ, ਪਰ ਉਦੋਂ ਸਮਾਂ ਨਹੀਂ ਹੁੰਦਾ। ਉਦੋਂ ਅਸੀਂ ਇੰਨੀਆਂ ਗੱਲਾਂ ਕਰ ਹੀ ਨਹੀਂ ਸਕਦੇ, ਕਿਉਂਕਿ ਉਦੋਂ ਕਾਹਲੀ ਬਹੁਤ ਹੁੰਦੀ। ਨੱਚਣ ਲੱਗਿਆਂ ਕਈ ਦਿਨ ਨੱਚੀ ਜਾਂਦੇ, ਕਈ ਘੰਟੇ, ਕੋਈ ਕਾਹਲੀ ਨਹੀਂ। ਖਾਣ ਪੀਣ ਲੱਗਿਆਂ ਵੀ ਟਾਈਮ ਦਾ ਕੋਈ ਖਿਆਲ ਰੱਖਿਆ ਜਾਂਦਾ ਕਿਤੇ?
ਜੇ ਪਹਿਲੋਂ ਚਾਹ ਪਾਣੀ ਵੀ ਪੀਣਾ ਹੁੰਦਾ ਤੇ ਉਦੋਂ ਵੀ ਟਾਈਮ ਦਾ ਚੇਤਾ ਭੁੱਲਿਆ ਹੁੰਦਾ ਵੀ ਅਸੀਂ ਭਾਈ ਆਨੰਦ ਕਾਰਜ ਕਰਨ ਵੀ ਜਾਣਾ। ਤੇ ਜੇ ਖਾਣ ਪੀਣ ਵਾਸਤੇ ਵਿਆਹ ਤੇ ਅਸੀਂ ਇਕੱਠੇ ਹੋਏ ਹਾਂ ਤੇ ਭਾਵੇਂ ਲੱਖਾਂ ਮਣ ਕੁਝ ਪੀ ਲਿਆ ਜਾਵੇ, ਲੱਖਾਂ ਮਣ ਕੁਝ ਖਾ ਲਿਆ ਜਾਵੇ, ਵਿਆਹ ਤੇ ਜਿਹੜਾ ਇਕੱਠ ਹੁੰਦਾ ਤੇ ਲੱਖਾਂ ਮਣ ਪਕਵਾਨ ਬਣਾ ਲੈ ਜਾਣ, ਕਈ ਹਫ਼ਤੇ ਲੱਗੇ ਰਹਿੰਦੇ ਆ ਇਹ ਕਾਰੀਗਰ ਹਲਵਾਈ ਬਣਾਉਣ, ਤੇ ਵਿਆਹ ਨਹੀਂ ਜੀ ਹੁੰਦਾ। ਲੱਖਾਂ ਲੋਕ ਇਕੱਠੇ ਹੋ ਜਾਣ ਉਸ ਵਿਆਹ 'ਚ ਤੇ ਵਿਆਹ ਨਹੀਂ ਜੀ ਹੁੰਦਾ। ਵਿਆਹ ਕਦੋਂ ਹੁੰਦਾ? ਜਦੋਂ ਗੁਰਬਾਣੀ ਦਾ ਓਟ ਆਸਰਾ ਲਿਆ ਜਾਂਦਾ, ਜਦੋਂ ਆਨੰਦ ਕਾਰਜ ਹੁੰਦਾ, ਜਦੋਂ ਧਾਰਮਿਕ ਰਸਮਾਂ ਹੁੰਦੀਆਂ, ਜਦੋਂ ਧਾਰਮਿਕ ਮਰਿਆਦਾ ਹੁੰਦੀ, ਵਿਆਹ ਉਸ ਘੜੀ ਹੁੰਦਾ। ਉਹ ਤਕਰੀਬਨ ਜੇ ਚੰਗੀ ਤਰ੍ਹਾਂ ਕਰੀਏ ਪੂਰਾ ਸਮਾਂ ਲਾ ਕੇ ਤੇ ਸਿਰਫ 60 ਮਿੰਟ ਲੱਗਦੇ, 1 ਘੰਟਾ। 1 ਘੰਟਾ ਅਸੀਂ ਚਲੋ ਆਨੰਦ ਕਾਰਜ ਨੂੰ ਦੇ ਦਈਏ ਨਾ। ਉੱਦਾਂ ਜਿਹੜੇ ਪੁਰਾਣੇ ਸਿੱਖ ਸੀ ਤੇ ਅੱਜ ਵੀ ਜਿਹੜੇ ਗੁਰਬਾਣੀ ਦੇ ਨਾਲ ਜੁੜੇ ਹੋਏ, ਉਹ ਜਦੋਂ ਆਨੰਦ ਕਾਰਜ ਹੁੰਦਾ ਸੀ, ਵਿਆਹ ਹੁੰਦਾ ਸੀ, ਉਹਨੂੰ ਪੂਰਾ ਗੁਰਮਤਿ ਸਮਾਗਮ ਦਾ ਰੂਪ ਦਿੰਦੇ ਸੀ। ਵਿਆਹ ਪਹਿਲਾਂ ਕਿੱਦਾਂ ਹੁੰਦੇ ਸੀ? ਅੰਮ੍ਰਿਤ ਵੇਲੇ ਆਸਾ ਕੀ ਵਾਰ ਲੱਗਦੀ ਸੀ, ਰਾਤ ਨੂੰ ਪੰਡਾਲ ਲਾ ਲੈਣਾ, ਜਾਂ ਹਾਲ ਉਦੋਂ ਵੀ ਵੱਡੇ ਨਹੀਂ ਸੀ ਹੁੰਦੇ, ਪੰਡਾਲ ਲਾ ਲੈਣਾ, ਸ਼ਿੰਗਾਰ ਲੈਣਾ। ਹੁਣ ਅਸੀਂ ਜਿੱਥੇ ਗਾਉਣਾ ਵਜਾਉਣਾ ਵਾ ਉਹ ਤੇ ਬੜਾ ਸ਼ਿੰਗਾਰਿਆ ਹੁੰਦਾ, ਜਿੱਥੇ ਗਾਉਣਾ ਵਜਾਉਣਾ, ਭੰਗੜੇ ਪਾਉਣੇ, ਲੱਚਰ ਗੀਤ ਗਾਉਣੇ ਆ, ਉੱਥੇ ਸਾਊਂਡ ਵੀ ਬੜਾ ਵਧੀਆ ਲਾਇਆ ਹੁੰਦਾ। ਇੱਥੋਂ ਦੀ ਗੱਲ ਨਹੀਂ, ਹੁਣ ਪੰਜਾਬ ਭਾਰਤ ਦੀ ਵੀ ਗੱਲ ਲੈ ਲਓ, ਉੱਥੇ ਸਾਊਂਡ ਵੀ ਬਹੁਤ ਵਧੀਆ, ਮਹਿੰਗਾ ਡੀਜੇ, ਮਹਿੰਗਾ ਪੈਲਸ, ਮਹਿੰਗਾ ਹਾਲ, ਮਹਿੰਗੀਆਂ ਵਿਛਾਈਆਂ, ਮਹਿੰਗੀ ਡੈਕੋਰੇਸ਼ਨ। ਤੇ ਜਿੱਥੇ ਆਨੰਦ ਕਾਰਜ ਹੋਣਾ ਹੁੰਦਾ ਉੱਥੇ ਸਮਾਂ ਵੀ ਸਭ ਤੋਂ ਘੱਟ। ਕੋਈ ਉੱਥੇ ਵਿਛਾਈ ਵੱਲ ਧਿਆਨ ਨਹੀਂ, ਕੋਈ ਉੱਥੇ ਇਹ ਸੁੰਦਰਤਾ ਵੱਲ, ਡੈਕੋਰੇਸ਼ਨ ਵੱਲ, ਸੁੰਦਰੀਕਰਨ ਵੱਲ ਉੱਥੇ ਕੋਈ ਧਿਆਨ ਨਹੀਂ, ਕੋਈ ਉੱਥੇ ਸਾਊਂਡ ਵੱਲ ਧਿਆਨ ਨਹੀਂ, ਉੱਥੇ ਕਿਸੇ ਚੀਜ਼ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਉਚੇਚਾ, ਜਿੱਥੇ ਵਿਆਹ ਹੋਣਾ ਅਸਲ ਵਿੱਚ। ਤੇ ਫਿਰ ਅੱਗੇ ਬੇਰਸੀ ਜਿਹੜੀ ਹੁੰਦੀ ਆ ਨਾ ਭਾਈ, ਤਾਂ ਹੁੰਦੀ। ਇਹ ਬਹੁਤ ਵੱਡਾ ਕਾਰਜ ਜੇ ਆਨੰਦ ਕਾਰਜ, ਔਰ ਇਹਦੀ ਸ਼ੁਰੂਆਤ ਬਹੁਤ ਚੰਗੀ ਹੋਣੀ ਚਾਹੀਦੀ। ਔਰ ਜਿਸ ਕੰਮ ਦੀ ਸ਼ੁਰੂਆਤ ਚੰਗੀ ਹੋਵੇ ਨਾ, ਉਹ ਅੱਗੇ ਅਖੀਰ ਤੱਕ ਨਿਰਵਾਹ ਵੀ ਉਸ ਦਾ ਚੰਗਾ ਹੁੰਦਾ। ਹੁਣ ਅਸੀਂ ਖਤਾ ਕਿੱਥੋਂ ਖਾਂਦੇ? ਐਡਾ ਵੱਡਾ ਵਿਆਹ ਦਾ ਕਾਰਜ, ਆਨੰਦ ਕਾਰਜ, ਉਹਦੀ ਸ਼ੁਰੂਆਤ ਨਹੀਂ ਚੰਗੀ, ਸ਼ੁਰੂਆਤ ਚੰਗੀ ਨਹੀਂ ਕਰਦੇ ਵੀ ਅਸੀਂ ਆਪਣੇ ਧੀ ਪੁੱਤ ਦਾ ਭਲਾ ਚਾਹੁੰਦੇ ਆ, ਭਲਾ ਮੰਗਦੇ ਆ, ਤੇ ਉਹ ਪਿਆਰ ਦੇ ਨਾਲ ਸਾਰੀ ਜ਼ਿੰਦਗੀ ਰਹਿਣ, ਬੇਰਸੀ ਨਾ ਹੋਵੇ, ਲਾਲੀ ਬਣੀ ਰਹੇ। ਪਰ ਜੇ ਇਹ ਚਾਹੁੰਦੇ ਆ ਤੇ ਫਿਰ ਗੁਰੂ ਦੀ ਖੁਸ਼ੀ ਲੈਣੀ ਬਹੁਤ ਜ਼ਰੂਰੀ। ਤੇ ਗੁਰੂ ਦੀ ਖੁਸ਼ੀ ਲੈਣੀ ਵੀ ਜੋ ਆਨੰਦ ਕਾਰਜ ਦੀ ਮਰਿਆਦਾ ਉਹਨੂੰ ਅਧੂਰੀ ਨਾ ਨਿਭਾਓ, ਉਹਨੂੰ ਪੂਰੀ ਨਿਭਾਇਆ ਜਾਵੇ। ਲਾਵਾਂ ਦੀ ਵੀ ਵਿਚਾਰ ਥੋੜ੍ਹੀ ਬਾਤੀ ਹੋਵੇ। ਪਹਿਲੀ ਤਾਂ ਗੱਲ, ਇਹਨਾਂ ਚੀਜ਼ਾਂ ਨੂੰ ਆਪਾਂ ਵਿਰਸੇ ਵਿੱਚ ਪਹਿਲੋਂ ਹੀ ਬੱਚਿਆਂ ਨੂੰ ਦੇਈਏ ਇਹ ਚੀਜ਼ਾਂ। ਫਿਰ ਜਦੋਂ ਵਿਆਹ ਹੁੰਦਾ ਹੈ ਉਦੋਂ ਕਦੀ ਵੀ ਸੁਭਾਗ ਜੋੜੀ ਨੂੰ ਵੀ ਕਾਹਲੀ ਨਹੀਂ ਕਰਨੀ ਚਾਹੀਦੀ, ਤੇ ਦੋਨਾਂ ਪਰਿਵਾਰਾਂ ਨੂੰ, ਸੰਬੰਧੀਆਂ ਨੂੰ ਕਦੀ ਵੀ ਉੱਥੇ ਕਾਹਲ ਨਹੀਂ ਕਰਨੀ ਚਾਹੀਦੀ। ਤੇ ਭਾਈ ਜਿਹੜਾ ਉੱਥੇ ਕਾਹਲ ਕਰਦਾ ਨਾ ਆਨੰਦ ਕਾਰਜ ਦੀ ਮਰਿਆਦਾ ਵੇਲੇ, ਉਹ ਇੱਕ ਆਨੰਦ ਕਾਰਜ ਦੀ ਮਰਿਆਦਾ ਦੀ ਬੇਅਦਬੀ ਆ। ਤੇ ਫਿਰ ਇੱਕ ਹੋਰ ਗੱਲ ਵੀ ਕਾਹਲੀ ਅੱਗੇ ਟੋਏ ਹੁੰਦੇ। ਇਸ ਕਰਕੇ ਇਹ ਗੱਲ ਪੱਲੇ ਬੰਨ੍ਹ ਲਓ ਭਾਈ, ਜੇ ਆਨੰਦ ਕਾਰਜ ਦਾ ਆਨੰਦ ਮਾਣਨਾ ਹੈ ਔਰ ਆਪਾਂ ਚਾਹੁੰਦੇ ਹਾਂ ਕਿ ਲਾੜਾ ਲਾੜੀ, ਸਾਡਾ ਧੀ ਪੁੱਤ ਸਦੀਵੀ ਸੁਖੀ ਵਸੇ, ਇਹਨਾਂ ਦੀਆਂ ਜੋੜੀਆਂ ਬਣੀਆਂ ਰਹਿਣ, ਤਾਂ ਆਨੰਦ ਕਾਰਜ ਵੇਲੇ ਗੁਰਬਾਣੀ ਦਾ ਓਟ ਆਸਰਾ ਲੈਣ ਵੇਲੇ ਕਦੀ ਕਾਹਲੀ ਨਾ ਕਰੋ। ਕਿਉਂਕਿ ਸਮੇਂ ਦੀ ਘਾਟ ਨਹੀਂ ਹੁੰਦੀ, ਸਮਾਂ ਸਾਡੇ ਕੋਲੇ ਹੁੰਦਾ, ਖਾਣ ਪੀਣ ਵਾਸਤੇ ਹੁੰਦਾ, ਗਾਉਣ ਵਜਾਉਣ ਵਾਸਤੇ ਹੁੰਦਾ ਹੈ, ਕਾਰਡ ਛਪਾਉਣੇ, ਕਾਰਡ ਵੰਡਣੇ, ਪਕਵਾਨ ਬਣਾਉਣੇ। ਅਸੀਂ ਪੂਰਾ ਵਿਆਹ ਵਾਸਤੇ ਸਮਾਂ ਕੱਢਿਆ ਹੁੰਦਾ, ਲੋਕਾਂ ਨੂੰ ਬੁਲਾਇਆ ਹੁੰਦਾ, ਸਾਰੇ ਪ੍ਰਬੰਧ ਕੀਤੇ ਹੁੰਦੇ ਆ, ਖਰਚਾ ਕੀਤਾ ਹੁੰਦਾ, ਜਿੰਨੀ ਸਮਰੱਥਾ ਹਰੇਕ ਬੰਦਾ ਕਰਦਾ। ਤੇ ਸਿਰਫ ਖਤਾ ਕਿੱਥੋਂ ਖਾਂਦੇ? ਉੱਥੇ ਜਿਹੜੇ ਅੱਧਾ ਘੰਟਾ ਹੀ ਸਿਰਫ ਵੱਧ ਲੱਗਣਾ, ਜਲਦੀ ਕਰ ਦਿਓ, ਜਲਦੀ ਕਰ ਦਿਓ, ਉਹ 30-40 ਮਿੰਟ ਤੇ ਫਿਰ ਵੀ ਲੱਗਦੇ। ਪਰ ਜੇ ਆਨੰਦ ਨਾਲ ਕਰੋ ਤੇ ਸਿਰਫ ਘੱਟੋ ਘੱਟ 1 ਘੰਟਾ ਆਨੰਦ ਕਾਰਜ ਨੂੰ ਭਾਈ ਪਿਆਰ ਨਾਲ ਦੇਣਾ ਚਾਹੀਦਾ, ਜਿਹਦੇ ਵਿੱਚ ਇਹ ਨਹੀਂ ਵੀ ਉੱਥੇ ਸ਼ੁਭ ਕਾਮਨਾਵਾਂ ਭੇਟ ਕਰਨ ਵਾਲੇ ਵਿੱਚ ਹੀ ਹੋਣ, ਵਿੱਚੋਂ ਉੱਠ ਕੇ ਨਾ, ਸਿਰਫ ਜਿਹਦੇ ਵਿੱਚ ਲਾਵਾਂ ਹੋਣੀਆਂ, ਕੀਰਤਨ ਹੋਣਾ, ਤੇ ਵਿਚਾਰ ਕਰਕੇ ਸੁਭਾਗ ਜੋੜੀ ਨੂੰ ਜ਼ਰੂਰੀ ਸਿੱਖਿਆ ਦਿੱਤੀ ਜਾਣੀ ਚਾਹੀਦੀ। ਹੁਣ ਸਿੱਖਿਆ ਦੇਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ, ਤੇ ਨਾ ਸਿੱਖਿਆ ਇਹ ਦੇਣ ਦਾ ਤੇ ਅੱਗੇ ਸੁਣਨ ਦਾ ਕੋਈ ਮਾਹੌਲ ਹੀ ਨਹੀਂ ਹੁੰਦਾ। ਦੂਸਰੀ ਮੋਬਾਇਲ ਜਿਹੜੀ ਇਹਨੇ ਮੱਤ ਮਾਰੀ ਹੁੰਦੀ, ਵਿਆਹ ਤੇ ਜਿੰਨੇ ਲੋਕ ਹੁੰਦੇ ਉਹਨੂੰ ਮੋਬਾਇਲ ਤੇ ਸਾਰਿਆਂ ਕੋਲੇ ਪਾਈ। ਉਹਨਾਂ ਨੇ ਵਿਆਹ ਦੇ ਵਿੱਚ ਬੈਠਣ ਤੋਂ ਲੈ ਕੇ ਉੱਠਣ ਤੱਕ ਉਹਨਾਂ ਨੇ ਸਾਰਿਆਂ ਨੇ ਲਗਾਤਾਰ ਔਨ ਕੀਤੇ ਹੁੰਦੇ।
ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਹੈ। ਗੁਰੂ ਦਰਬਾਰ ਦੀ ਮਰਿਆਦਾ, ਆਨੰਦ ਕਾਰਜ ਦੀ ਮਰਿਆਦਾ, ਤਾਂ ਸਾਨੂੰ ਸੱਚੀ ਖੁਸ਼ੀ ਨਸੀਬ ਹੋਵੇਗੀ। ਨਹੀਂ ਤੇ ਫਿਰ ਜੋੜੀਆਂ ਜੱਗ ਥੋੜੀਆਂ, ਨਰੜ ਬਥੇਰੇ। ਜੇ ਸ਼ੁਰੂਆਤ ਚੰਗੀ ਨਹੀਂ, ਗੁਰਬਾਣੀ ਦਾ ਓਟ ਆਸਰਾ ਚੰਗੀ ਤਰ੍ਹਾਂ ਨਹੀਂ ਲੈਂਦੇ, ਗੁਰੂ ਦੀ ਸਿੱਖਿਆ ਜਦੋਂ ਉਹਨਾਂ ਨੂੰ ਸੁਣਾਉਣੀ ਨਹੀਂ ਵਿਚਾਰਿਆਂ ਨੂੰ, ਤੇ ਉਹਨਾਂ ਨੇ ਸਮਝ ਕੇ ਕਮਾਉਣੀ ਕੀ ਹੈ ਜ਼ਿੰਦਗੀ ਵਿੱਚ। ਇਸ ਲਈ ਗੁਰਬਾਣੀ ਨੂੰ, ਆਨੰਦ ਕਾਰਜ ਦੀ ਮਰਿਆਦਾ ਨੂੰ ਤਰਜੀਹ ਦਿਓ, ਰਿਸਪੈਕਟ ਕਰੋ, ਸਤਿਕਾਰ ਕਰੋ। ਔਰ ਜਿੰਨੇ ਮਰਿਆਦਾ ਨਿਭਾਉਣੀ ਆ, ਕੋਈ ਵੀ ਗਿਆਨੀ ਧਿਆਨੀ ਸੰਤ ਮਹਾਤਮਾ, ਉਸ ਦਾ ਵੀ ਸਤਿਕਾਰ ਕਰੋ। ਕਿਉਂ? ਕਿਉਂਕਿ ਉਹਦੀ ਸਿੱਖਿਆ ਦੇ ਵਿੱਚ, ਉਹਦੀ ਸਿੱਖਿਆ ਕੀਮਤੀ ਤਾਂ ਬਣੇਗੀ, ਤੁਹਾਡੇ ਬੱਚੇ ਉਸ ਦੀ ਗੱਲ ਵੱਲ ਧਿਆਨ ਦੇਣਗੇ ਕਿ ਉਹਦੀ ਰਿਸਪੈਕਟ ਕੀਤੀ ਜਾ ਰਹੀ ਹੈ, ਸਤਿਕਾਰ ਕੀਤਾ ਜਾ ਰਿਹਾ, ਵੀ ਉਹ ਚੇਚੇ ਅਹੁਦੇ 'ਤੇ ਆ ਔਰ ਚੇਚੀ ਗੱਲ ਕਹਿ ਰਿਹਾ ਵਾ ਜਿਹੜੀ ਸਾਡੀ ਜ਼ਿੰਦਗੀ ਵਿੱਚ ਪੱਲੇ ਬੰਨ੍ਹਣ ਵਾਲੀ। ਵਿਗਸੀ ਪੁੱਤਰ ਵਿਆਹਿਆ, ਘੋੜੀ ਲਾਵਾਂ ਗਾਵ ਭਲੋਈ। ਆਪਾਂ ਨੂੰ ਤੇ ਲਾਵਾਂ ਸਤਿਗੁਰੂ ਜੀ ਨੇ ਲਿਖ ਕੇ ਦਿੱਤੀਆਂ, ਇਹਨਾਂ ਨੂੰ ਤਨੋਂ ਮਨੋਂ ਗਾਉਣਾ ਚਾਹੀਦਾ ਧਿਆਨ ਦੇ ਕੇ। ਸੁੱਖਾਂ ਸੁੱਖੇ ਮਾਵੜੀ, ਪੁੱਤ ਨੂੰਹ ਦਾ ਮੇਲ ਅਲੋਈ। ਸੁੱਖਾਂ ਸੁੱਖ ਦੀ ਨੂੰ ਆ ਦਿਨ ਆਏ, ਕਹਿੰਦੀ ਸੀ ਮੇਰੀ ਪੁੱਤ ਤੇ ਨੂੰਹ ਦਾ ਮਿਲਾਪ ਹੋਵੇ। ਨੂੰਹ ਨਿਤ ਕੰਤਕ ਮੰਤ ਦੇ ਵੇਰੇ ਹੋਵਨ ਸੱਸ ਵਗੋਈ। ਆਪਾਂ ਸਮਾਪਤੀ ਕਰਨੀ, ਆ ਪੰਕਤੀ ਪੜ੍ਹ ਲਓ। ਜੇ ਉਹਨਾਂ ਨੂੰ ਸਿੱਖਿਆ ਨਾ ਚੰਗੀ ਦਿੱਤੀ ਪਹਿਲੋਂ, ਫਿਰ ਆਹ ਸਮੱਸਿਆ ਸ਼ੁਰੂ ਹੋ ਜਾਂਦੀ ਆ ਫਿਰ ਆ ਕੇ, ਕਿਉਂਕਿ ਉਹਨਾਂ ਨੂੰ ਸੋਝੀ ਨਹੀਂ ਹੁੰਦੀ। ਫਿਰ ਆ ਕੇ ਜਿਹੜੀ ਬੇਰਸੀ ਕਿੱਥੋਂ ਹੁੰਦੀ ਆ? ਨੋ ਨਿਤ ਕੰਤ ਕੁਮੰਤ ਦੇ। ਜਦੋਂ ਉਹਨਾਂ ਨੂੰ ਗੁਰਬਾਣੀ ਦੀ, ਗੁਰਮਤਿ ਦੀ ਸਿੱਖਿਆ ਨਹੀਂ ਦਿੱਤੀ, ਉਹ ਵਿਚਾਰੇ ਗਲਤ ਵਿਚਾਰਾਂ ਦਾ ਸ਼ਿਕਾਰ ਹੋ ਜਾਂਦੇ ਆ। ਇੱਥੋਂ ਬੇਰਸੀ ਸ਼ੁਰੂ ਹੋ ਜਾਂਦੀ ਹੈ। ਲੱਖ ਉਪਕਾਰ ਵਿਸਾਰ ਕੇ ਪੁੱਤ ਕਪੁੱਤ ਚੱਕੀ ਉੱਠ ਝੋਈ। ਜਿਹੜੇ ਮਾਂ-ਬਾਪ ਨੇ ਇੰਨਾ ਕੁਝ ਕੀਤਾ ਧੀਆਂ ਪੁੱਤਰਾਂ ਬਾਰੇ, ਉਹ ਸਾਰੇ ਉਪਕਾਰ ਵਿਸਾਰ ਕੇ ਵਿਆਹ ਤੋਂ ਬਾਅਦ ਪਹਿਲੋਂ ਪ੍ਰਪੇਅਰ ਨਹੀਂ ਹੁੰਦੇ ਚੰਗੀ ਤਰ੍ਹਾਂ, ਸੋਝੀ ਨਾ ਹੋਣ ਕਰਕੇ ਉਹ ਫਿਰ ਮਾਪਿਆਂ ਦੇ ਨਾਲ ਹੀ ਚੱਕੀ ਝੋ ਲੈਂਦੇ, ਵਾਦ ਵਿਵਾਦ ਸ਼ੁਰੂ ਕਰ ਦਿੰਦੇ। ਹੋਵੇ ਸਰਵਣ ਵਿਰਲਾ ਕੋਈ। ਸਰਵਣ ਵਰਗਾ ਪੁੱਤ, ਸਰਵਣ ਬਾਰੇ ਆਪਾਂ ਸੁਣਿਆ, ਉਹਦੀ ਸਾਖੀ ਵੀ ਵਿਚਾਰ ਲਾਂਗੇ। ਕੋਈ ਵਿਰਲਾ ਮੈਦਾਨ ਵਿੱਚ ਐਸਾ ਪੁੱਤ ਨਿੱਤਰਦਾ ਜਿਹੜਾ ਸਰਵਣ ਵਾਂਗ ਮਾਪਿਆਂ ਦੀ ਰਿਸਪੈਕਟ ਸਤਿਕਾਰ ਕਰਦਾ। ਤੇ ਜੇ ਸਰਵਣ ਨੇ ਕੀਤਾ ਨਾ, ਅਨੇਕਾਂ ਸਰਵਣ ਪੈਦਾ ਹੋਏ ਆ, ਦੁਨੀਆ ਵਿੱਚ ਰਹਿੰਦੇ ਆ, ਤੇ ਉਸ ਸਰਵਣ ਦਾ ਨਾਮ ਵੀ ਅਮਰ ਹੋ ਗਿਆ। ਤੇ ਜਿਹੜੇ ਮਾਂ-ਬਾਪ ਦਾ ਆਦਰ ਕਰਦੇ ਆ, ਸਤਿਕਾਰ ਕਰਦੇ ਆ, ਉਹ ਰੱਬ ਦਾ ਰੂਪ ਨੇ। ਐਸੇ ਸਰਵਣ ਪੁੱਤ ਵੀ ਅਮਰ ਹੋ ਜਾਂਦੇ ਹਨ, ਦੁਨੀਆ ਵਾਸਤੇ ਮਿਸਾਲ ਬਣਦੇ ਹਨ। ਭੁੱਲ ਚੁੱਕ ਦੀ ਖਿਮਾ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।